श्री वाहिगुरु जी। जिन कीती सो मन्नना, को साल जवाहे साली। धर्म राय है देवता, लै गल्लां करे दलाली। सतगुर आखे सच्चा करे, सा बात होए दरहाली। गुर अंगद की दोही फिरी, सच करते बंद बहाली। नानक काया पलट कै, मल तख्त बैठा सह डाली। दर सेवै उम्मत खड़ी, मसकल होए जंगाली। दर दर वेस खसमदै, नाए सच्चे बाणी लाली। बलवंड की भी नेक जाना, जिस बहुती शौपत राली। लंगर दौलत वंडिया, रस अमृत खीर क्याली। गुर सिखां कै मुख उजले थिए, मनमुख थिए पराली। गुर सिखां के मुख उजलै, मनमुख थिए पराली। पै कबूल खसम नाल, जां काल मरदी काली। माता खीवी सौ सोए, जिन गोए उठाली। बलवंड खीवी नेक जन, जिस बहुती शौपत राली। लंगर दौलत वंडिए, रस अमृत खीर क्याली। गुर सिखां के मुख उजलै, मनमुख थिए पराली। पै कबूल खसम नाल, जां काल मरदी काली। माता खीवी सौ सोए, जिन गोए उठाली। मन बिसास पायो, गैर गो हदरथ दियो। गरल नास तन नठ्यो, अम्यो अंतरगत पियो। रिद बगास जाग्यो, लाहकल धरी जुगंतारा। सतगुर सहज समाध रहो सुमान निरंतर। उदारो चित दारिद्र हरन, उदारो चित दारिद्र हरन। पखंते कल मर तरसन, सद रंग सहज कल उचरे। जह जंपो लैणे रसण। वाहिगुरु जी का खालसा, वाहिगुरु जी की फतेह। गुरु प्यारी गुरु सवारी साध संगत जी, धन गुरु अंगद देव सच्चे पातशाह जी महाराज
ਦੀ ਆਪਾਂ ਜੀਵਨ ਗਾਥਾ ਜਿਹੜੀ ਆਰੰਭ ਕੀਤੀ ਹੋਈ ਹੈ, ਉਹਦੇ 7 ਭਾਗ ਪਹਿਲਾਂ ਆਪ ਜੀ ਨਾਲ ਸਾਂਝੇ ਕੀਤੇ ਜਾ ਚੁੱਕੇ ਨੇ। ਅਤੇ ਪਿਛਲੀ ਵਾਰੀ ਜੋ ਬੁੱਧਵਾਰ ਅਸੀਂ ਪ੍ਰੋਗਰਾਮ ਕਰਦੇ ਹਾਂ, ਉਸ ਦਿਨ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੀ, ਅਤੇ ਉਹਨਾਂ ਦੇ ਸੰਬੰਧ ਵਿੱਚ ਆਪਾਂ ਉਸ ਦਿਨ ਕੋਈ ਵਿਚਾਰਾਂ ਕੀਤੀਆਂ ਸੀ। ਅਤੇ ਜਿਹੜੀ ਪਿਛਲੇ ਬੁੱਧਵਾਰ ਸਾਡੀ ਵਿਚਾਰ ਹੋਈ ਸੀ ਵੀ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ ਵੀ ਸਾਹ ਚੱਲੇ ਵਣਜਾਰਿਆ ਲਿਖਿਆ ਦੇਵੇ ਨਾਲ, ਲਿਖੇ ਉੱਪਰ ਹੁਕਮ ਹੋਏ ਲਈਏ ਵਸਤ ਸੰਭਾਲ, ਕਈ ਲਾਹਾ ਲੈ ਚਲੇ ਕਿ ਚੱਲੇ ਮੂਲ ਗਵਾਏ, ਥੋੜਾ ਕਿਸੇ ਨਾ ਮੰਗਿਓ ਕਿਸ ਕਹੀਏ ਸਬਾਸ, ਨਦਰ ਤਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ। ਗੁਰੂ ਅੰਗਦ ਸਾਹਿਬ ਨੇ ਬਚਨ ਕੀਤਾ ਸੀ ਕਿ ਬੰਦੇ ਦੇ ਕੋਲ ਸਵਾਸਾਂ ਰੂਪੀ ਰਾਸ ਵਾ, ਤੇ ਇਹ ਸਵਾਸਾਂ ਰੂਪੀ ਰਾਸ ਦੇ ਨਾਲ ਕੋਈ ਵਿਅਕਤੀ ਧਰਤੀ 'ਤੇ ਆਣ ਕੇ ਪਰਮੇਸ਼ਰ ਦੇ ਨਾਮ ਦਾ ਵਣਜ ਕਰ ਲੈਂਦਾ ਹੈ, ਨਹੀਂ ਤੇ ਜੋ ਕੀਮਤੀ ਸਵਾਸ ਮਿਲੇ ਹੋਏ ਨੇ ਇਹਨਾਂ ਨੂੰ ਅਜ਼ਾਈ ਗਵਾ ਕੇ ਧਰਤੀ ਤੋਂ ਤੁਰ ਜਾਂਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਬਚਨ ਆਉਂਦਾ ਵੀ ਲਾਹੇ ਕਾਰਨ ਆਇਆ ਜਗ, ਇਹ ਜੀਵ ਜਿਹੜਾ ਹੈ ਇੱਥੇ ਧਰਤੀ 'ਤੇ ਕੋਈ ਲਾਹਾ ਲੈਣ ਆਇਆ ਵਾ, ਪਰ ਇਹ ਇੱਥੇ ਕਬਜ਼ੇ ਕਰਕੇ ਬਹਿ ਗਿਆ, ਲਾਹਾ ਨਹੀਂ ਲੈ ਰਿਹਾ, ਇਹ ਕਬਜ਼ੇ ਕਰ ਰਿਹਾ ਧਰਤੀ ਉੱਤੇ। ਲਾਹੇ ਕਾਰਨ ਆਇਆ ਜਗ, ਹੋਏ ਮਜ਼ਦੂਰ ਗਿਆ ਠਗਾਏ ਠੱਗ। ਇਹ ਸਾਰੀ ਜ਼ਿੰਦਗੀ ਮਜ਼ਦੂਰੀ ਕਰਦਾ ਰਿਹਾ, ਇਹਨੇ ਆਪਣਾ ਕੋਈ ਸਵਾਰਿਆ ਹੀ ਨਹੀਂ, ਤੇ ਧਰਤੀ ਤੋਂ ਇਹ ਆਪਣੇ ਆਪ ਨੂੰ ਠਗਾ ਕੇ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ ਵੀ ਚੱਲੇ ਜਵਾਰੀ ਦੋਵੇਂ ਹੱਥ ਝਾਰ, ਇਹ ਧਰਤੀ ਤੋਂ ਖਾਲੀ ਹੱਥ ਤੁਰ ਗਿਆ, ਕਿਉਂਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ। ਕਿਹੜੇ ਪਾਸੇ ਲੱਗਾ ਤੂੰ? ਸਭ ਮੁਕਦੀ ਚੱਲੀ ਰਹਿਣ, ਸਭ ਮੁਕਦੀ ਚੱਲੀ ਰਹਿਣ। ਜਿਹੜਾ ਤੈਨੂੰ ਸਮਾਂ ਮਿਲਿਆ ਸੀ, ਗੁਰੂ ਅੰਗਦ ਸਾਹਿਬ ਕਹਿੰਦੇ, ਉਹ ਮੁੱਕਦਾ ਜਾ ਰਿਹਾ। ਤੈਨੂੰ ਰਾਸ ਮਿਲੀ ਸੀ ਸਵਾਸਾਂ ਦੀ, ਤੇ ਉਹ ਰਾਸ ਮੁੱਕਦੀ ਜਾ ਰਹੀ ਹੈ। ਪਰ ਗੁਰੂ ਅੰਗਦ ਸਾਹਿਬ ਨੇ ਉਸ ਦਿਨ ਬਚਨ ਕੀਤਾ ਸੀ ਵੀ ਜਿਨ੍ਹਾਂ ਨੇ ਇਹ ਸਾਰੀ ਦੀ ਸਾਰੀ ਰਾਸ ਜਿਹੜੀ ਬੰਦੇ ਦੀ ਸਵਾਸਾਂ ਰੂਪੀ ਰਾਸ ਆ, ਨਾਮ ਵਾਲੇ ਪਾਸੇ ਲਾਤੀ ਤੇ ਧਰਮ ਵਾਲੇ ਪਾਸੇ ਲਾਤੀ, ਤੇ ਉਹਨਾਂ ਨੂੰ ਦਰਗਾਹ ਵਿੱਚ ਵੀ ਰੇ ਦਰਗੇ ਕਹੇ ਨਾ ਕਹੂ, ਆਊ ਬੈਠ ਆਦਰ ਸੁਭ ਦੇਹੂ, ਉਹ ਮੈਲੀ ਤੂੰ ਪਾਵੇਂ ਬਾਸਾ, ਜਨਮ ਮਰਨਾ ਹੋਏ ਬਨਾਸਾ। ਤੇ ਮਹਾਰਾਜ ਨੇ ਉਸ ਦਿਨ ਇਹ ਬਚਨ ਕੀਤੇ ਸੀ ਕਿ ਭਾਈ ਪਹਿਲਾ ਉਪਦੇਸ਼ ਜਿਹੜਾ ਦਿੱਤਾ ਹੈ ਸੰਗਤਾਂ ਨੂੰ ਵੀ ਅਸੀਂ ਇਸ ਧਰਤੀ ਉੱਤੇ ਪਰਮੇਸ਼ਰ ਦਾ ਨਾਮ ਵਣਜ ਕਰਨਾ ਖਰੀਦਣ ਵਾਸਤੇ ਆਏ ਹਾਂ, ਕਿ ਵਣਜ ਕਰੋ ਵਣਜਾਰਿਓ। ਮਹਾਰਾਜ ਕਹਿੰਦੇ ਵਣਜ ਕਰੋ ਵਣਜਾਰਿਓ, ਤੇ ਵਖਰ ਲਿਹੋ ਸੁਮਾਲ। ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ, ਤੂੰ ਲੈਣ ਆਇਆ ਕੁਛ, ਤੇ ਵਖਰ ਲੈਣ ਆਇਆ ਵਾ, ਧਨ ਲੈਣ ਆਇਆ ਤੂੰ, ਤੇ ਰਾਮ ਨਾਮ ਸੰਤਨ ਕਰ ਪਾਇਆ। ਉਹ ਹੁਣ ਮਿਲਣਾ ਸੰਗਤ ਵਿੱਚੋਂ ਨਾਮ ਧਨ, ਤੇ ਸੰਗਤ ਵਿੱਚ ਜੀਵ ਆਉਂਦਾ ਨਹੀਂ ਹੈ। ਇਹ ਕੂੜੇ ਧੰਦਿਆਂ ਵਿੱਚ, ਝੂਠੇ ਧੰਦਿਆਂ ਵਿੱਚ ਸਭ ਫਸਿਆ ਹੋਇਆ ਵਾ, ਇਸ ਪਾਸੇ ਆਉਂਦਾ ਨਹੀਂ ਹੈ। ਤੁਮਾਰ ਕਹਿੰਦੇ ਵਣਜ ਕਰੋ ਵਣਜਾਰਿਓ, ਵਖਰ ਲਿਹੋ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ। ਕਿਉਂ? ਅੱਗੇ ਸਾਹੋ ਸੁਜਾਨ ਹੈ, ਅੱਗੇ ਉਹ ਜਿਹੜਾ ਨਾ ਉਹ ਬੜਾ ਸਿਆਣਾ ਬੈਠਾ, ਉੱਦਾਂ ਤਾਂ ਕੋਈ ਕਹਿੰਦੇ ਅੱਗਾ ਕੋਈ ਹੈ ਹੀ ਨਹੀਂ ਗਾ, ਇੱਥੇ ਹੀ ਸਭ ਕੁਛ ਵਾ। ਨਹੀਂ ਨਹੀਂ ਨਹੀਂ, ਅੱਗੇ ਸਾਹੋ ਸੁਜਾਨ ਹੈ,
ਲੈਸੀ ਵਸਤ ਸੰਮਾਲ। ਤੇਰੀ ਵਸਤ ਨੂੰ ਉਹਨੇ ਪਰਖਣਾ ਹੈ ਵੀ ਤੂੰ ਧਰਤੀ ਉੱਤੇ ਕੂੜਾ ਇਕੱਠਾ ਕਰਕੇ ਲਿਆਇਆ ਵਾ ਕਿ ਕੋਈ ਸੱਚ ਦਾ ਵਣਜ ਕਰਕੇ ਵੀ ਆਇਆ ਵਾ। ਇਹ ਬਚਨ ਸੀ ਉਸ ਦਿਨ ਗੁਰੂ ਅੰਗਦ ਸਾਹਿਬ ਜੀ ਨੇ ਕੀਤਾ। ਆਓ ਜਿਹੜੀਆਂ ਇਹ ਅੱਜ ਦੀ ਵਿਚਾਰ ਨਾਲ ਜੁੜੀਏ। ਕਿਸੇ ਨੇ 2 ਲਾਈਨਾਂ ਲਿਖੀਆਂ। ਉਹ ਕਹਿੰਦਾ ਕਰਤਾਰਪੁਰੇ ਨੂੰ ਛੋੜ ਕੇ ਬੈਠੇ ਸ਼੍ਰੀ ਖਡੂਰ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣਾ ਸਰੀਰ ਬਦਲ ਕੇ, ਕਾਇਆ ਬਦਲ ਕੇ ਤੇ ਕਰਤਾਰਪੁਰ ਸਾਹਿਬ ਦੀ ਜਗ੍ਹਾ ਵੀ ਬਦਲ ਕੇ ਤੇ ਹੁਣ ਖਡੂਰ ਸਾਹਿਬ ਜਾ ਕੇ ਬਹਿ ਗਏ ਨੇ। ਅੱਜ ਵੀ ਸਵੇਰੇ ਗਿਆਨੀ ਕੋਈ ਕਹਿ ਰਿਹਾ ਸੀ ਉੱਥੋਂ ਕਥਾ ਕਰਦੇ ਆ ਮੰਜੀ ਹਾਲ ਤੋਂ ਵੀ ਸਾਨੂੰ ਹਜੂਰ ਸਾਹਿਬ ਦੀ ਬੜੀ ਖਿੱਚ ਵਾ ਤੇ ਖਡੂਰ ਸਾਹਿਬ ਦੀ ਖਿੱਚ ਨਹੀਂ ਹੈ। ਹਾਲਾਂਕਿ ਹਜੂਰ ਸਾਹਿਬ ਇੱਕ ਗੁਰੂ ਦਾ ਸਥਾਨ ਹੈ, ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦਾ, ਤੇ ਖਡੂਰ ਸਾਹਿਬ 8 ਪਾਤਸ਼ਾਹੀਆਂ ਆਈਆਂ ਨੇ। ਖਡੂਰ ਸਾਹਿਬ 8 ਪਾਤਸ਼ਾਹੀਆਂ। ਔਰ ਗੁਰਬਾਣੀ ਵਿੱਚ ਹਜੂਰ ਸਾਹਿਬ ਦਾ ਜ਼ਿਕਰ ਨਹੀਂ ਹੈ, ਖਡੂਰ ਸਾਹਿਬ ਦਾ ਜ਼ਿਕਰ ਹੈ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਉਹ ਕਹਿੰਦੇ ਵੀ ਸਾਨੂੰ ਕਿਉਂ ਖਿੱਚ ਹਜੂਰ ਸਾਹਿਬ ਦੀ ਤੇ ਖਡੂਰ ਸਾਹਿਬ ਦੀ ਕਿਉਂ ਨਹੀਂ ਹੈ ਖਿੱਚ। ਅਸੀਂ ਉੱਥੇ ਜਾਣਾ ਜਿੱਥੇ ਪਦਾਰਥ ਬਹੁਤੇ ਖਾਣ ਨੂੰ ਮਿਲਦੇ ਆ। ਪੀ ਖਾਣੇ ਸਿਉ ਦੋਸਤੀ, ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਨਾ, ਪੀ ਖਾਣੇ ਸਿਉ ਦੋਸਤੀ। ਉਹਨਾਂ ਨੇ ਇੱਕ ਸਵੇਰੇ ਹੋਰ ਗੱਲ ਸਾਂਝੀ ਕੀਤੀ। ਗਿਆਨੀ ਜਸਵੰਤ ਸਿੰਘ ਹੁਣੀ ਕਥਾ ਕਰ ਰਹੇ ਸੀ ਮੰਜੀ ਹਾਲ ਵਾਲੇ, ਵੀ ਜਿਹੜੇ ਅੰਮ੍ਰਿਤਸਰ ਰਹਿੰਦੇ ਆ ਉਹਨਾਂ ਦੀ ਟ੍ਰੇਨ ਜਾਂਦੀ ਆ ਸੱਚਖੰਡ ਹਜੂਰ ਸਾਹਿਬ ਨੂੰ। ਉਹਨਾਂ ਦਾ ਸੱਚਖੰਡ ਹਜੂਰ ਸਾਹਿਬ ਆ। ਜਿਹੜੇ ਅੰਮ੍ਰਿਤਸਰ ਬੈਠੇ ਹੋਏ ਲੋਕ ਨੇ, ਜਾਂ ਪੰਜਾਬ 'ਚ ਬੈਠੇ ਹੋਏ ਲੋਕ ਕਹਿ ਲਿਓ, ਪੰਜਾਬ ਵਾਲਿਆਂ ਨੇ ਇੱਕ ਟ੍ਰੇਨ ਤੋਰੀ, ਉਹਦਾ ਨਾਂ ਰੱਖਿਆ ਸੱਚਖੰਡ ਨੂੰ ਜਾਣ ਵਾਲੀ ਟ੍ਰੇਨ। ਉਹਦਾ ਨਾਂ ਸੱਚਖੰਡ ਟ੍ਰੇਨ ਹੈ, ਸੱਚਖੰਡ ਐਕਸਪ੍ਰੈਸ। ਤੇ ਜਿਹੜੇ ਉਧਰ ਨੰਦੇੜ 'ਚ ਰਹਿੰਦੇ ਨੇ ਉਹਨਾਂ ਦੀ ਸੱਚਖੰਡ ਨੂੰ ਟ੍ਰੇਨ ਐ ਨੂੰ ਤੁਰਦੀ ਹੈ ਪੰਜਾਬ ਵੱਲ ਨੂੰ, ਵੀ ਉੱਥੇ ਅੰਮ੍ਰਿਤਸਰ ਵਿੱਚ ਸੱਚਖੰਡ ਹੈ। ਇਹਨੂੰ ਕਹਿੰਦੇ ਨੇ ਭਰਮ, ਇਹਨੂੰ ਕਹਿੰਦੇ ਨੇ ਵਹਿਮ, ਇਹਨੂੰ ਕਹਿੰਦੇ ਨੇ ਅਗਿਆਨਤਾ, ਬੇਸਮਝੀ। ਉਹ ਕਹਿਣਗੇ ਕਰਤਾਰਪੁਰੇ ਨੂੰ ਛੋੜ ਕੇ ਬੈਠੇ ਸ਼੍ਰੀ ਖਡੂਰਾ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਨਕ ਕਾਇਆ ਪਲਟ ਕੇ, ਉਹ ਸਰੀਰ ਨੂੰ ਪਲਟ ਕੇ ਕਰਤਾਰਪੁਰ ਨੂੰ ਛੱਡ ਕੇ ਤੇ ਖਡੂਰ ਸਾਹਿਬ ਦੀ ਧਰਤੀ ਉੱਤੇ ਲਹਿਣੇ ਦੇ ਰੂਪ 'ਚ ਆਣ ਕੇ ਬੈਠ ਗਏ ਨੇ। ਤੇ ਤਖਤ ਬਰਾਜੇ ਸਤਿਗੁਰੂ ਚਮਕੇ ਬਦਨ ਮੈਂ ਨੂਰਾ। ਉਹ ਗੁਰੂ ਅੰਗਦ ਸਾਹਿਬ ਇੱਥੇ ਆਣ ਕੇ ਬਹਿ ਗਏ ਨੇ ਤੇ ਤਖਤ ਉੱਤੇ ਬੈਠੇ ਹੋਏ ਨੇ ਸੰਗਤਾਂ ਦੇ ਉੱਤੇ, ਤੇ ਉਹਨਾਂ ਦੇ ਚਿਹਰੇ ਉੱਤੇ ਇੱਕ ਇਲਾਹੀ ਨੂਰ ਹੈ। ਤਖਤ ਬਰਾਜੇ ਸਤਿਗੁਰੂ ਚਮਕੇ ਦਮ ਬਦਨ ਮੈਂ ਨੂਰ। ਬਦਨ ਕਹਿੰਦੇ ਨੇ ਮੁਖੜੇ ਨੂੰ। ਭੌਂਕੇ ਆਗੇ ਬਦਨ ਬਸਾਰ, ਜਿੱਦਾਂ ਕਬੀਰ ਸਾਹਿਬ ਨੇ ਕਿਹਾ, ਹਮ ਕੂਕਰ ਤੇਰੇ ਦਰਬਾਰ, ਐ ਪਰਮੇਸ਼ਰ ਅਸੀਂ ਤੇਰੇ ਦਰ ਦੇ ਕੂਕਰ ਵਾਂ। ਤੇ ਭੌਂਕੇ ਆਗੇ ਬਦਨ ਪਸਾਰ। ਬਦਨ ਕਹਿੰਦੇ ਨੇ ਮੁਖੜੇ ਨੂੰ, ਮੂੰਹ ਨੂੰ। ਤੇ ਇਤਿਹਾਸ ਵੀ ਕਹਿੰਦਾ ਤੇ ਬਾਣੀ ਵੀ ਇਹ ਗੱਲ ਮੰਨਦੀ ਆ ਵੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਚਿਹਰੇ ਉੱਤੇ ਇਲਾਹੀ ਕੋਈ ਨੂਰ ਹੁੰਦਾ ਸੀ, ਜਿਹਨੂੰ ਕਹਿੰਦੇ ਨੇ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ, ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ। ਤੇ ਉਹ ਕਿਵੇਂ ਨੂਰ ਆਇਆ ਸੀ? ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਹੈ ਨਾ, ਜਿਹੜੀ ਇਹਦੀ ਕਿਰਤ ਵਾ, ਉਹ ਕਿਰਤ ਦਾ ਪ੍ਰਭਾਵ ਮੱਥੇ ਤੇ ਪੈਂਦਾ ਹੈ, ਨੇਤਰਾਂ 'ਚ ਪੈਂਦਾ ਹੈ, ਬਦਨ ਤੇ ਪੈਂਦਾ। ਸਾਰੇ ਬਦਨ ਤੋਂ ਪਤਾ ਲੱਗ ਜਾਂਦਾ ਇਹ ਬੰਦਾ ਧਰਮੀ ਆ ਕਿ ਕਸਾਈ ਹੈ। ਚਿਹਰੇ ਤੋਂ ਪਤਾ ਲੱਗ ਜਾਂਦਾ ਹੈ। ਤੇ ਜਿਹਦੀ ਆਤਮਾ ਜਪ ਜਪ ਕੇ ਸਿਮਰਨ ਕਰ ਕਰਕੇ ਸੇਵਾ ਕਰ ਕਰਕੇ ਸੁੱਧ ਹੋ ਗਈ ਹੋਏ, ਉਹਦਾ ਫਿਰ ਜਿਹੜਾ ਨੂਰ ਆ ਮੱਥੇ ਤੇ ਚਮਕਦਾ ਹੈ।
कौन बनी नी तेरी लाली, कौन रंग तू भई गुलाली। ये चेहरे ते लाली किवें आ गई है? बादाम खा के आ गई है, सरदाइयां पी पी के, बकरे खा खा के आ गई? नहीं नहीं, दर दरवेश खसामदे नाए सच्चे बाणी लाली, नाए सच्चे बाणी लाली। ਉਹ ਸੱਚੇ ਨਾਮ ਦੀ ਲਾਲੀ ਸੀ ਗੁਰੂ ਅੰਗਦ ਸਾਹਿਬ ਦੇ ਚਿਹਰੇ ਦੇ ਉੱਤੇ। ਤੇ ਦ੍ਰਿਸ਼ਟ ਤਰਤ ਤਮ ਹਰਨ ਦੈਨ ਅਗ ਪਾਪ ਪਰਨਾਸਨ। ਉਹ ਜਿੱਥੇ ਫਿਰ ਜਦੋਂ ਉਹਨਾਂ ਦੇ ਚਿਹਰੇ ਉੱਤੇ ਨੂਰ ਸੀ ਤੇ ਉਹ ਜਿੱਥੇ ਪੈਂਦਾ ਸੀ ਨਾ, ਦ੍ਰਿਸ਼ਟ ਤਰਤ ਤਮ ਹਰਨ। ਇਹ ਬਾਣੀ ਹੈ, ਇਤਿਹਾਸ ਨਹੀਂ ਹੈ। ਦ੍ਰਿਸ਼ਟ ਤਰਤ ਤਮ ਹਰਨ ਦੈਨ ਅਗ ਪਾਪ ਪਰਨਾਸਨ, ਸ਼ਬਦ ਸੂਰ ਬਲਵੰਤ। ਉਹ ਖਡੂਰ, ਉਹ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਸ਼ਬਦ ਜਿਨ ਸ਼ਬਦ ਕਮਾਏ, ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਉਹ ਸੇਵਾ ਕਰ ਕਰਕੇ ਕਰਤਾਰਪੁਰ ਸਾਹਿਬ ਸ਼ਬਦ ਨੂੰ ਜਪ ਜਪ ਕੇ ਤੇ ਦਰ ਦਰ ਵੇਸ ਖਸੰਭਦੇ ਨਾਏ ਸੱਚੇ। ਸੱਚੇ ਨਾਮ ਨੂੰ ਜਪ ਜਪ ਕੇ ਉਹਨਾਂ ਦੇ ਚਿਹਰੇ ਉੱਤੇ ਇਲਾਹੀ ਨੂਰ ਸੀ। ਤੁਸੀਂ ਆਮ ਮਹਾਂਪੁਰਖਾਂ ਦੇ ਜਿਹੜੇ ਗੁਰੂ ਪੀਰ ਪੈਗੰਬਰ ਹੋਏ ਨੇ, ਉਹਨਾਂ ਦੇ ਪੱਗ ਦੇ ਪਿੱਛੇ ਇੱਕ ਚਿੱਟਾ ਜਿਹਾ ਨੂਰ ਦੇਖਦੇ ਹੋ ਫੋਟੋਆਂ ਦੇ ਵਿੱਚ। ਅਸਲ ਉਹ ਨੂਰ ਚਿਹਰੇ ਦਾ ਨੂਰ ਹੈ। ਮੈਂ ਕਹਿ ਰਿਹਾ ਸੀ ਵੀ ਜਿਹੜਾ ਬੰਦਾ ਕੰਮ ਕੋਈ ਕਰਦਾ ਨਾ, ਜਿਹੜੀ ਕਿਰਤ ਕਰਦਾ, ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਇਹ ਕਸਾਈ ਆ ਕਿ ਧਰਮੀ ਹੈ। ਕਿਤੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਦਾ ਚਿਹਰਾ ਵੇਖੋ ਤੇ ਪਤਾ ਲੱਗ ਜਾਂਦਾ ਕਿ ਉਹਨਾਂ ਦੇ ਬਦਨ ਉੱਤੇ ਕਿੰਨਾ ਕੁ ਨੂਰ ਸੀ, ਇਲਾਹੀ ਨੂਰ ਸੀ। ਤੇ ਉਹ ਕਵੀ ਜੀ ਲਿਖਦੇ ਨੇ ਕਿ ਤਖਤ ਬਰਾਜੇ ਸਤਿਗੁਰੂ, ਚਮਕੇ ਬਦਨ ਮੈਂ ਨੂਰ। ਉਹ ਖਡੂਰ ਸਾਹਿਬ ਦੀ ਧਰਤੀ ਉੱਤੇ ਗੁਰੂ ਅੰਗਦ ਸੱਚੇ ਪਾਤਸ਼ਾਹ ਬਿਰਾਜਮਾਨ ਹੋਏ ਨੇ ਤੇ ਉਹਨਾਂ ਦੇ ਚਿਹਰੇ ਤੇ ਨੂਰ ਚਮਕ ਰਿਹਾ ਹੈ। ਤੇ ਜਿੱਥੇ ਨੂਰ ਉਹ ਪੈਂਦਾ ਹੈ ਨਾ, ਤੇ ਦ੍ਰਿਸ਼ਟ ਤਰਤ ਤਮ ਹਰਨ, ਉੱਥੋਂ ਫਿਰ ਦੁੱਖ ਦੂਰ, ਦਲਿੱਦਰ ਸਭ ਦੂਰ ਹੋਈ ਜਾਂਦੇ ਨੇ। ਮੈਂ ਅੱਗੇ ਕਈ ਵਾਰੀ ਕਹਿ ਚੁੱਕਾ ਇਹ ਗੱਲਾਂ। ਤਖਤ ਬਰਾਜੇ ਸਤਿਗੁਰੂ, ਚਮਕੇ ਦਮ ਬਦਨ ਮੈਂ ਨੂਰ, ਦਰਿਦਰ ਹਰੇ ਦੁੱਖ ਟਰੇ, ਦਰਸ਼ੇ ਸ਼੍ਰੀ ਹਜੂਰ। ਜਿਹੜਾ ਗੁਰੂ ਅੰਗਦ ਸਾਹਿਬ ਦਾ ਦਰਸ਼ਨ ਕਰ ਲੈਂਦਾ ਸੀ ਨਾ ਆਣ ਕੇ, ਤੇ ਦਰਿਦਰ ਹਰੇ ਦੁੱਖ ਟਰੇ, ਉਹਦੀ ਗਰੀਬੀ ਕੱਟੀ ਜਾਂਦੀ ਸੀ। ਕਿਉਂਕਿ ਉਹ ਭੁੱਖਾ ਨਹੀਂ ਸੀ ਰਹਿੰਦਾ। ਦਰਿਦਰ ਹਰੇ ਦੁੱਖ ਟਰੇ, ਕਿਉਂਕਿ ਮਾਤਾ ਖੀਵੀ ਜਿਹੜੀ ਸੀ, ਉਹਨਾਂ ਦੇ ਧਰਮ ਪਤਨੀ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਘਿਆਲੀ। ਮਾਤਾ ਖੀਵੀ ਜਿੱਦਾਂ ਗੁਰੂ ਅੰਗਦ ਸਾਹਿਬ ਦਰਬਾਰ ਲਾ ਕੇ ਸੰਗਤਾਂ ਨੂੰ ਉਪਦੇਸ਼ ਦੇ ਕੇ ਸੱਚੇ ਨਾਮ ਨਾਲ ਜੋੜਦੇ ਸੀ, ਤੇ ਮਾਤਾ ਖੀਵੀ ਜੀ ਖਡੂਰ ਸਾਹਿਬ, ਉਹਨਾਂ ਨੇ ਲੰਗਰ ਦੀ ਮਰਜ਼ਾਦਾ ਤੋਰੀ ਹੋਈ ਸੀ। ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਘਿਆਲੀ। ਮਾਤਾ ਖੀਵੀ ਜੀ ਘਿਓ ਵਾਲੀ ਖੀਰ ਸੰਗਤਾਂ ਨੂੰ ਛਕਾਇਆ ਕਰਦੇ ਸਨ। ਇੱਕ ਗੱਲ ਹੋਰ ਲਿਖੀ ਹੈ ਬਲਵੰਡ ਜੀ ਨੇ, ਉਹ ਕਹਿੰਦੇ ਨੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਵੀ ਮਾਤਾ ਖੀਵੀ ਜਿਹੜੇ ਸਨ ਨਾ, ਬਲਵੰਡ ਖੀਵੀ ਨੇਕ ਜਨ, ਜਨ ਕਹਿੰਦੇ ਨੇ ਇਸਤਰੀ ਨੂੰ, ਇਹ ਅਰਬੀ ਦਾ ਸ਼ਬਦ ਹੈ ਜਨ। ਜਿੱਜੇ ਦੇ ਪੈਰ ਵਿੱਚ ਬਿੰਦੀ ਲਾ ਕੇ ਨੂੰ ਬੋਲਣਾ ਜਨ। ਇੱਕ ਹੁੰਦਾ ਜੱਜਾ ਨੰਨਾ ਜਨ, ਇੱਕ ਹੁੰਦਾ ਜਨ, ਥੋੜਾ ਜਿਹਾ ਵਜਨ ਦੇ ਕੇ ਜ਼ਬਾਨ ਉੱਤੇ, ਜਨ ਬਿੰਦੀ ਲਾ ਕੇ। ਜਿਹਦਾ ਕੋਈ ਕਹਿ ਰਿਹਾ ਸੀ ਕਿ ਬਾਬਾ ਜੀ ਉਹਦਾ ਸੁਖਮਨੀ ਸਾਹਿਬ ਦਾ ਹੈ ਜਿਹੜਾ ਪਾਠ ਆਉਂਦਾ ਕਿ ਲਾਖ ਕਰੋੜੀ ਬੰਦ ਨਾ ਪਰੇ, ਉਹਨੂੰ ਇਹ ਬੰਦ ਨਾ ਪਰੇ ਕਿ ਬੰਧਨ ਨਾ ਪਰੇ, ਇਦਾਂ ਪੜ੍ਹਨਾ ਵਾ, ਕਿੱਦਾਂ ਪੜ੍ਹਨਾ ਹੈ? ਮੈਂ ਕਿਹਾ ਸੁਖਮਨੀ ਸਾਹਿਬ 'ਚ 7-8 ਵਾਰੀ ਬੰਧਨ ਸ਼ਬਦ ਆਉਂਦਾ, ਉੱਥੇ ਧੱਦੇ ਨੂੰ ਔਂਕੜ ਨਹੀਂ ਲਿਖਿਆ, ਪਰ ਇੱਥੇ ਜਿਹੜਾ ਨਾ ਲਾਖ ਕਰੋੜੀ ਬੰਦ ਨਾ ਪਰੇ,
ਇਹਨੂੰ ਬੰਧ ਨਾ ਪਰੇ ਸ਼ਬਦ ਪੜ੍ਹਨਾ ਹੈ, ਬੰਧਨ ਨਹੀਂ ਪੜ੍ਹਨਾ। ਲਾ ਕਰੋਰੀ ਬੰਧਨ ਪਰੇ ਇਸ ਤਰ੍ਹਾਂ ਨਹੀਂ ਪੜ੍ਹਨਾ। ਇਹ ਸੁਖਮਨੀ ਸਾਹਿਬ ਦੇ ਵਿੱਚ ਤੁਸੀਂ ਜਦੋਂ ਪੜ੍ਹੋਗੇ ਉਹਦੇ 'ਚ ਪਤਾ ਲੱਗ ਜਾਣਾ 7-8 ਵਾਰੀ ਬੰਧਨ ਸ਼ਬਦ ਆਉਂਦਾ। ਪਰ ਇੱਥੇ ਧੱਦੇ ਨੂੰ ਔਂਕੜ ਲਿਖਿਆ, ਜਿਹੜਾ ਧੱਦੇ ਨੂੰ ਔਂਕੜ ਉਹ ਨੰਨੇ ਨੂੰ ਮੁਕਤ ਕਰਦਾ, ਅਗਲੇ ਪਾਸੇ ਕਰਦਾ ਹੈ। ਤੇ ਲੱਖ ਕਰੋੜੀ ਬੰਦ ਨਾ ਭਰੇ, ਕਿ ਬੰਦੇ ਕੋ ਲੱਖਾਂ ਕਰੋੜਾਂ ਹੋ ਜਾਣ ਤੇ ਮਨ ਰੱਜਦਾ ਨਹੀਂ ਹੈ। ਅੱਜ ਵੀ ਆਪਾਂ ਇਸੇ ਵਿਸ਼ੇ ਤੇ ਗੱਲ ਕਰਨੀ ਕਿ ਮਨ ਦੇ ਕਿਹੜੇ ਕਿਹੜੇ ਰੋਗ ਨੇ। ਤੇ ਲੱਖ ਕਰੋੜੀ ਬੰਦ ਨਾ ਭਰੇ, ਤੇ ਫਿਰ ਕਿਵੇਂ ਬੰਦ ਪੈਂਦਾ? ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲੇ। ਇਹ ਮਨ ਨੂੰ ਬੰਦ ਕੇਵਲ ਗੁਰੂ ਪਾ ਸਕਦਾ ਹੈ। ਇਹ ਲੱਖਾਂ ਕਰੋੜਾਂ ਨਾਲ ਇਹ ਰੱਜਣ ਵਾਲਾ ਨਹੀਂ ਆ। ਲੱਖ ਕਰੋੜੀ ਬੰਦ ਨਾ ਭਰੇ, ਨਹੀਂ ਰੱਜਦਾ ਏ, ਨਹੀਂ ਮੰਨਦਾ ਏ। ਮੈਂ ਕਹਿ ਰਿਹਾ ਸੀ ਉਹ ਲਿਖਦੇ ਨੇ ਕਿ ਬਲਵੰਡ ਖੀਵੀ ਨੇਕ ਜਨ। ਜਨ ਕੇ ਸ਼ਬਦ ਅਰਬੀ ਦਾ, ਜਨਮਣ ਇਸਤਰੀ। ਤੇ ਜੇ ਇਹਨੂੰ ਪੈਰ ਚ ਬਿੰਦੀ ਤੋਂ ਮੁਕਤ ਉਚਾਰਨ ਕਰੋ ਫਿਰ ਕਹਿੰਦੇ ਜਨ ਸੇਵਕ। ਜਿਸ ਬਹੁਤੀ ਛਾਉ ਪਤਰਾਲੀ, ਕਿ ਗੁਰੂ ਅੰਗਦ ਸਾਹਿਬ ਜੀ ਦੇ ਜਿਹੜੇ ਧਰਮ ਪਤਨੀ ਮਾਤਾ ਖੀਵੀ ਸੀ, ਉਹਨਾਂ ਦੀ ਛਾਂ ਬੜੀ ਠੰਡੀ ਸੀ। ਛਾਂ ਤੋਂ ਮਤਲਬ ਸੁਭਾਅ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਉਚਾਰਨ ਕੀਤਾ ਕਿ ਜਿੰਨੀ ਸਖੀ ਸੋ ਰਾਵਿਆ। ਜਿਨ੍ਹਾਂ ਨੇ ਰੱਬ ਨੂੰ ਯਾਦ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਜਪਿਆ, ਪਰਮੇਸ਼ਰ ਦੇ ਹੋ ਗਏ, ਪਰਮੇਸ਼ਰ ਨਾਲ ਜੁੜ ਗਏ, ਉਹਨਾਂ ਦਾ ਕੀ ਅਵਸਥਾ ਹੁੰਦੀ ਹੈ? ਜਿੰਨੀ ਸਖੀ ਸੋ ਰਾਵਿਆ ਸੇ ਅੰਬੀ ਛਾਵੜੀ ਏ। ਅੰਬੀ ਛਾਵੜੀ, ਅੰਬ ਦੀ ਛਾਂ। ਜਿਹੜੀ ਅੰਬ ਦੀ ਛਾਂ ਵਾ ਨਾ, ਉਹਨੂੰ ਸਭ ਜਿੰਨੇ ਵੀ ਰੁੱਖ ਨੇ ਨਾ ਧਰਤੀ ਉੱਤੇ, ਸਭ ਤੋਂ ਠੰਡੀ ਛਾਂ ਜਿਹੜੀ ਉਹ ਅੰਬ ਦੀ ਹੈ। ਕੁਦਰਤ ਨੇ ਹਰ ਰੁੱਖ ਦੇ ਵਿੱਚ ਇੱਕ ਵੱਖੋ ਵੱਖਰੀ ਤਸੀਰ ਰੱਖੀ ਹੋਈ ਆ। ਜਿੱਥੇ ਅੰਬਾਂ ਦਾ ਬਾਗ ਹੋਊਗਾ, ਤੁਸੀਂ ਬਾਗ ਵਿੱਚ ਬੈਠ ਜਾਓ, ਜੇਠ ਹਾੜ ਵਿੱਚ ਵੀ ਤੁਹਾਨੂੰ ਉੱਥੇ ਗਰਮੀ ਨਹੀਂ ਲੱਗੇਗੀ। ਕਿਉਂ? ਅੰਬ ਦੇ ਜਿਹੜੇ ਪੱਤੇ ਨੇ ਉਹਨਾਂ 'ਚ ਕੁਦਰਤ ਨੇ ਐਸਾ ਸਿਸਟਮ ਰੱਖਿਆ, ਉਹ ਠੰਡ ਕੱਢਦੇ ਨੇ ਆਪਣੇ। ਜਿਉਂ ਜਿਉਂ ਉਹਨਾਂ ਉੱਤੇ ਗਰਮੀ ਪਵੇਗੀ ਤਿਉਂ ਤੋਂ ਉਹ ਠੰਡੀ ਹਵਾ ਕੱਢਣਗੇ ਉਹ ਆਪਣੇ ਵਿੱਚੋਂ। ਉਹ ਠੰਡੀ ਆਕਸੀਜਨ ਕੱਢਦੇ ਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿੰਨੀ ਸਖੀ ਸਹੁ ਰਾਵਿਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਜਪਿਆ। ਹੁਣ ਤਾਂ ਕਹਿੰਦੇ ਦਿਮਾਗ ਹੀ ਖੋਲੋ, ਪਰਮੇਸ਼ਰ ਨੂੰ ਜਪਣ ਦੀ ਲੋੜ ਕੋਈ ਨਹੀਂ। ਤੇ ਜਿਹੜੇ ਮਹਾਂਪੁਰਖ ਏਡੇ ਜਪ ਤਪ ਕਮਾਉਂਦੇ ਰਹੇ, ਉਹ ਕੋਈ ਬੇਸਮਝ ਲੋਕ ਸਨ। ਇਹ ਸਿਆਣੇ ਪੈਦਾ ਹੋ ਗਏ ਹੁਣ ਜਾਪਦੇ। ਨਹੀਂ ਨਹੀਂ ਨਹੀਂ, ਮਾਰ ਕਹਿੰਦੇ ਜਿੰਨੀ ਸਖੀ ਸੋ ਰਾਵਿਆ ਸੇ ਅੰਬੀ। ਅੰਬੀ ਮਾਣੇ ਅੰਬ ਦੀ ਛਾਂ। ਸੇ ਅੰਬੀ ਛਾਵੜੀ ਏ। ਮੈਂ ਕਹਿ ਰਿਹਾ ਸੀ ਕਿ ਜਿੰਨੇ ਰੁੱਖ ਨੇ ਨਾ ਧਰਤੀ ਉੱਤੇ, ਤੇ ਸਭ ਤੋਂ ਠੰਡੀ ਛਾਂ ਜਿਹੜੀ ਆ ਨਾ, ਉਹ ਅੰਬ ਦੀ ਹੈ। ਤੇ ਜਿਹੜਾ ਪਿੱਪਲ ਵਾ, ਇਹਦੀ ਸੁੱਧ ਹਵਾ ਵਾ। ਅੰਬ ਦੀ ਠੰਡੀ ਹਵਾ ਵਾ। ਨਿੰਮ ਤੇ ਢੇਕ ਦੀ ਉਹ ਸਾਫ਼ ਹਵਾ ਵਾ। ਉਹਦੇ ਥੱਲੇ ਬੈਠਿਆਂ ਕੋਈ ਦਮੇ ਦੁਮੇ ਦੇ ਰੋਗ ਕਹਿੰਦੇ ਠੀਕ ਹੋ ਜਾਂਦੇ। ਨਿੰਮ ਹੋਵੇ ਘਰ ਵਿੱਚ ਲੱਗੀ, ਢੇਕ ਲੱਗੀ ਹੋਵੇ, ਉਹਦੇ ਥੱਲੇ ਸੌਂ ਜਾਓ ਤੇ ਬੰਦਾ ਦਮੇ ਦਾ ਰੋਗੀ, ਉਹਨੂੰ ਕੋਈ ਰਾਹਤ ਮਿਲ ਜਾਂਦੀ। ਤੇ ਜਿਹੜਾ ਅੰਬ ਥੱਲੇ ਬਹਿ ਜਾਂਦਾ ਜੇਠ ਹਾੜ 'ਚ, ਉਹਨੂੰ ਫਿਰ ਠੰਡ ਮਿਲਦੀ। ਕਿਉਂਕਿ ਉਹਦਾ ਸੁਭਾਅ, ਉਹਦਾ ਤਸੀਰ ਅੰਬ ਦੀ ਕਿ ਉਹ ਠੰਡੀ ਹਵਾ ਕੱਢਦਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿੰਨੀ ਸਖੀ ਸੋ ਰਾਵਿਆ। ਜਿੱਦਾਂ ਕਹਿੰਦਾ ਸੱਤੇ ਬਲਵੰਡ ਨੇ ਕਿਹਾ ਕਿ ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ। ਬੜੀ ਠੰਡੀ ਤੇ ਛਾਂ ਸੀ ਮਾਤਾ ਖੀਵੀ, ਮਤਲਬ ਸੁਭਾਅ। ਛਾਂ ਦਾ ਮਤਲਬ ਸੁਭਾਅ, ਕਿ ਮਾਤਾ ਖੀਵੀ ਜੀ ਦਾ ਬੜਾ ਠੰਡਾ ਸੁਭਾਅ ਸੀ। ਤੇ ਮਾਰੇ ਕਹਿੰਦੇ ਜਿਹੜਾ ਫਿਰ ਰੱਬ ਨੂੰ ਜਪਦਾ ਹੈ ਨਾ, ਉਹਦਾ ਸੁਭਾਅ ਵੀ ਫਿਰ ਅੰਬ ਦੀ ਛਾਂ ਜੈਸਾ ਠੰਡਾ ਹੋ ਜਾਂਦਾ ਹੈ। ਜਿੰਨੀ ਸਖੀ ਸੋ ਰਾਵਿਆ ਸੇ ਅੰਬੀ ਛਾਵੜੀ ਏ। ਮਤਲਬ ਵੀ ਉਹਦੇ ਉੱਤੇ ਕ੍ਰੋਧ ਦਾ ਕੋਈ ਅਸਰ ਨਹੀਂ ਹੈ। ਉਹਦਾ ਸੁਭਾਅ ਕ੍ਰੋਧੀ ਨਹੀਂ ਹੋਏਗਾ, ਉਹਦਾ ਸੁਭਾਅ ਕਾਲਾ ਨਹੀਂ ਹੋਏਗਾ, ਉਹ ਕਾਲਾ ਨਹੀਂ ਪਏਗਾ, ਉਹ ਸਹਿਜ ਵਿੱਚ ਰਹੇਗਾ ਜਿਹੜਾ ਰੱਬ ਨੂੰ ਜਪੇਗਾ। ਹੁਣ ਪਾਠ ਪੂਜਾ ਕਰਨ ਵਾਲੇ ਤੇ ਬਥੇਰੇ ਮਿਲ ਜਾਂਦੇ ਨੇ, ਪਰ ਠੰਡੇ ਨਹੀਂ ਮਿਲਦੇ। ਅੱਜ ਕੱਲ੍ਹ ਤੇ ਗਿਆਨੀ ਵੀ ਬੜੇ ਤੱਤੇ ਹੋ ਗਏ ਭਾਈ।
मैं एक पोस्ट पाई सी लिख के कि सप ਅਤੇ ਗਿਆਨੀ ਦੋਵਾਂ ਦੇ ਸਿਰ ਵਿੱਚ ਜ਼ਹਿਰ ਹੁੰਦੀ ਆ ਤੇ ਇਹਨਾਂ ਤੋਂ ਬਚ ਕੇ ਰਹਿਣਾ। ਇਹ ਦੋਵੇਂ ਜ਼ਹਿਰ ਕੱਢਦੇ ਨੇ। ਉਹ ਕਈਆਂ ਨੂੰ ਪਤਾ ਨਹੀਂ ਲੱਗਾ ਵੀ ਇਹ ਕੀ ਮਤਲਬ ਇਸ ਦਾ। ਇਹ ਜਿਹੜਾ ਕਿਤਾਬੀ ਗਿਆਨ ਆ ਨਾ, ਇਹ ਵੀ ਜ਼ਹਿਰ ਪੈਦਾ ਕਰ ਦਿੰਦਾ ਮਨੁੱਖ ਦੇ ਮਨ ਵਿੱਚ। ਜਿੱਦਾਂ ਸੱਪ ਫਿਰ ਜ਼ਹਿਰ ਕੱਢਦਾ ਨਾ, ਵੀ ਤਰਕਾਂ ਕਰ ਕੱਢ ਕੇ ਤੇ ਸ਼ਬਦ ਦੀ ਬਾਣੀ 'ਚ ਉਹ ਲੈ ਕੇ ਆਉਂਦੇ ਨੇ ਜਿਹੜੇ ਤਰਕਾਂ ਵਾਲੇ ਨੇ, ਉਹ ਫਿਰ ਜ਼ਹਿਰ ਖਿਲਾਰਦੇ ਨੇ, ਲੋਕਾਂ ਨੂੰ ਡੰਗ ਮਾਰਦੇ ਨੇ ਤਰਕਾਂ ਰੂਪੀ। ਤੇ ਜਿਹੜੇ ਸਰਧਾਲੂ ਹੁੰਦੇ ਨੇ ਉਹਨਾਂ ਨੂੰ ਡਸ ਡੰਗ ਵੱਜਦਾ ਹੈ ਤਰਕਵਾਦੀਆਂ ਦੀ ਕਥਾ ਵਿੱਚ। ਤੇ ਮੈਂ ਕਹਿ ਰਿਹਾ ਸੀ ਕਿ ਦਰਿਦਰ ਹਰੇ ਦੁੱਖ ਟਰੇ ਪਰ ਦਰਸੇ ਸ਼੍ਰੀ ਹਜੂਰ। ਜਿਹੜਾ ਗੁਰੂ ਅੰਗਦ ਸਾਹਿਬ ਦਾ ਦਰਸ਼ਨ ਕਰਦਾ ਸੀ ਨਾ, ਉਹਨਾਂ ਦੇ ਦੁੱਖ ਦੂਰ ਹੁੰਦੇ ਸੀ। ਮਾਤਾ ਖਿਵਜੀ ਲੰਗਰ ਛਕਾ ਕੇ ਉਹਨਾਂ ਦੀ ਭੁੱਖ ਦੂਰ ਕਰਦੇ ਸਨ। ਗੁਰੂ ਅੰਗਦ ਸਾਹਿਬ ਜੀ ਆਪਣੀ ਦ੍ਰਿਸ਼ਟੀ ਦੇ ਨਾਲ ਉਹਨਾਂ ਦੇ ਅੰਦਰ ਦੇ ਦੁੱਖ ਦੂਰ ਕਰਦੇ ਸਨ। ਤੇ ਅਗਲਾ ਬਚਨ ਸੀ ਲਿਖਿਆ ਕਿਸੇ ਨੇ ਵੀ ਜਾਚਕ ਕਰਤੇ ਜਾਚਨਾ। ਤੇ ਗੁਰੂ ਅੰਗਦ ਸਾਹਿਬ ਦੇ ਆਣ ਕੇ ਮੰਗਤੇ ਭਿਖਾਰੀ ਸੇਵਕ ਵੀ ਮੰਗਾਂ ਪਏ ਮੰਗਦੇ ਨੇ। ਜਾਚਕ ਕਰਤੇ ਜਾਚਨਾ ਦਰਗੇ ਹੋਏ ਮਨਜ਼ੂਰ। ਤੇ ਜਿਹੜਾ ਗੁਰੂ ਅੰਗਦ ਸਾਹਿਬ ਨੂੰ ਆਣ ਕੇ ਆਪਣੀ ਫਰਿਆਦ ਸੁਣਾਉਂਦਾ ਸੀ ਨਾ, ਤੇ ਇਹ ਬਾਣੀ ਵੀ ਮੰਨਦੀ ਆ ਵੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ, ਸਤਿਗੁਰ ਆਖੇ ਸੱਚਾ ਕਰੇ। ਜਿਹੜੀ ਫਰਿਆਦ ਗੁਰੂ ਅੰਗਦ ਸਾਹਿਬ ਦੇ ਅੱਗੇ ਸਿੱਖ ਸੇਵਕ ਜਾਂ ਭਿਖਾਰੀ ਮੰਗਤੇ ਕੋਈ ਵੀ ਆਣ ਕੇ ਕਰਦੇ ਸੀ ਨਾ, ਤੇ ਉਸੇ ਵੇਲੇ ਪੂਰੀ ਹੋ ਜਾਂਦੀ ਸੀ। ਇਹ ਬਾਣੀ ਮੰਨਦੀ, ਇਤਿਹਾਸ ਨਹੀਂ ਹੈ। ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ, ਸਤਿਗੁਰ ਆਖੇ ਸੱਚਾ ਕਰੇ। ਸਾ ਬਾਤ ਹੋਏ ਦਰਹਾਲੀ। ਦਰਹਾਲੀ ਮਾਣੇ ਉਸੇ ਵੇਲੇ ਜਦੋਂ ਗੁਰੂ ਅੰਗਦ ਸਾਹਿਬ ਦੇ ਅੱਗੇ ਕੋਈ ਫਰਿਆਦੀ ਹੁੰਦਾ ਸੀ ਤੇ ਉਸੇ ਵੇਲੇ ਉਹਦੀ ਉਹ ਭਾਵਨਾ ਪੂਰੀ ਹੋ ਜਾਂਦੀ ਸੀ, ਸ਼ਰਧਾ ਪੂਰੀ ਹੋ ਜਾਂਦੀ ਸੀ। ਉਹ ਫਿਰ ਇਸ ਤਰ੍ਹਾਂ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਉੱਤੇ ਬੈਠੇ ਹੋਏ ਨੇ। ਤੇ ਇੱਕ ਦਿਨ ਕੋਈ ਵੈਦ ਆ ਗਿਆ, ਹਕੀਮ ਆ ਗਿਆ ਗੁਰੂ ਅੰਗਦ ਸਾਹਿਬ ਦੇ ਕੋਲ, ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਮੈਂ ਸੁਣਿਆ ਤੁਸੀਂ ਲੋਕਾਂ ਦੇ ਦੁੱਖ ਦਰਿਦਰ ਦੂਰ ਕਰਦੇ ਹੋ, ਤੇ ਤੁਹਾਡੇ ਕੋਲ ਕਿਹੜੀ ਦਵਾਈ ਹੈ? ਵੈਦ ਮਮੀ ਜੜੀਆਂ ਬੂਟੀਆਂ ਰੱਖੀਆਂ ਹੋਈਆਂ ਨੇ। ਮੈਂ ਕੱਲ ਵੀ ਕਿਸੇ ਨੂੰ ਕਹਿ ਰਿਹਾ ਸੀ ਵੀ ਜਿਹੜੀ ਦਵਾਈ ਔਰ ਪੜ੍ਹਾਈ ਇਹ ਮੁੱਲ ਨਹੀਂ ਸੀ ਵੇਚੀ ਜਾਂਦੀ। ਇਹ ਮਹਾਂਪੁਰਖ ਗੁਰੂ ਪੀਰ ਇਹ ਫ੍ਰੀ ਵਿੱਚ ਦਿੰਦੇ ਹੁੰਦੇ ਸੀ, ਦਵਾਈ ਔਰ ਪੜ੍ਹਾਈ। ਤੇ ਇਹ ਹੁਣ ਦੋਵੇਂ ਇਸ ਵੇਲੇ ਬਹੁਤ ਵੱਡਾ ਇੱਕ ਧੰਦਾ ਬਣ ਗਏ, ਦਵਾਈ ਤੇ ਪੜ੍ਹਾਈ। ਇਹ ਪੜ੍ਹਾਈ ਜਿਹੜੀ ਸੀ ਧਰਮ ਸਥਾਨਾਂ ਤੇ ਪੜ੍ਹਾਈ ਜਾਂਦੀ ਸੀ, ਤੇ ਦਵਾਈ ਵੀ ਫ੍ਰੀ ਧਰਮ ਸਥਾਨਾਂ ਤੋਂ ਮਿਲਦੀ ਹੁੰਦੀ ਸੀ। ਗੁਰੂ ਹਰਿਰਾਏ ਸਾਹਿਬ ਨੇ ਦਵਾਖਾਨੇ ਖੋਲ੍ਹੇ ਸਨ, ਤੇ ਨਿਰਬਲੇ ਮਹਾਂਪੁਰਖ ਅਜੇ ਵੀ ਜਿੱਥੇ ਜਿੱਥੇ ਬੈਠੇ ਨੇ ਅਜੇ ਵੀ ਮਹਾਂਪੁਰਖ ਫ੍ਰੀ ਦਵਾਈ ਦਿੰਦੇ ਨੇ। ਤੇ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਨੂੰ ਬਹੁਤ ਵੱਡਾ ਪਰਉਪਕਾਰ ਮੰਨਿਆ ਜਾਂਦਾ ਸੀ, ਦਵਾਈ ਨੂੰ ਵੱਡਾ ਪਰਉਪਕਾਰ ਮੰਨਿਆ ਜਾਂਦਾ ਸੀ। ਕਿਸੇ ਨੂੰ ਦਵਾਈ ਦੇਣੀ, ਕਿਸੇ ਨੂੰ ਵਿਦਿਆ ਦੇਣੀ। ਤੇ ਇਸ ਵੇਲੇ ਸਭ ਤੋਂ ਧਰਤੀ ਉੱਤੇ ਵੱਧ ਲੁੱਟ ਜਿਹੜੀ ਉਹ ਦਵਾਈ ਤੇ ਪੜ੍ਹਾਈ ਰਾਹੀਂ ਹੋ ਰਹੀ ਹੈ। ਆ ਤੁਸੀਂ ਵੇਖ ਲਈਆਂ ਵੀਡੀਓਆਂ, ਉਹ ਜਿਹੜੇ ਲੁਧਿਆਣੇ ਤੋਂ ਕਿਸੇ ਨੇ ਪਾਈਆਂ ਹੋਈਆਂ ਨੇ। 100 ਰੁਪਏ ਦੀ ਦਵਾਈ ਆ 2-2 ਹਜ਼ਾਰ ਰੁਪਈਆ ਰੇਟ ਲਾਉਂਦੇ ਨੇ ਮੈਡੀਕਲ ਸਟੋਰਾਂ ਵਾਲੇ। ਕਿੱਥੇ ਗਈਆਂ ਸਰਕਾਰਾਂ? ਕੋਈ ਨਹੀਂ ਪੁੱਛਦਾ ਇਹਨਾਂ ਨੂੰ। ਇੰਨੀ ਲੁੱਟ ਮਚਾਈ ਹੋਈ ਇਹਨਾਂ ਨੇ। ਆ ਜਿਹੜਾ ਪੰਜਾਬ ਵਿੱਚ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਵਾ, ਇਹਦੀ ਸ਼ੁਰੂਆਤ ਮੈਡੀਕਲ ਸਟੋਰਾਂ ਤੋਂ ਹੋਈ ਹੈ। ਇਹ ਬੱਚਿਆਂ ਨੇ, ਛੋਟਿਆਂ ਨੌਜਵਾਨਾਂ ਨੇ ਅੱਜ ਤੋਂ 20-25 ਸਾਲ ਪਹਿਲਾਂ ਸ਼ੁਰੂਆਤ ਮੈਡੀਕਲ ਸਟੋਰਾਂ ਤੋਂ ਕੀਤੀ ਹੋਈ ਆ। ਤੇ ਤੁਸੀਂ ਉਹਨਾਂ ਮੈਡੀਕਲ ਸਟੋਰਾਂ ਵਾਲਿਆਂ ਦੀਆਂ ਜਾਇਦਾਦਾਂ ਵੇਖ ਲਿਓ, ਕਿੰਨਾ ਕਰੋੜਾਂ ਦੀਆਂ ਜਾਇਦਾਦਾਂ ਬਣਾ ਗਏ ਪਿੰਡਾਂ ਵਾਲੇ। ਸ਼ਹਿਰਾਂ ਵਾਲੇ ਦਾ ਤਾਂ ਮੈਨੂੰ ਇੰਨਾ ਪਤਾ ਨਹੀਂ ਹੈ। ਹੁਣ ਹਾਹਾਕਾਰ ਮਚੀ ਹੋਈ ਆ। ਅਕਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਿਆਨ ਦਿੱਤਾ ਵੀ ਇਹ ਮੋਦੀਖਾਨੇ ਖੁੱਲ੍ਹਣੇ ਚਾਹੀਦੇ ਨੇ। ਠੀਕ ਆ, ਖੁੱਲ੍ਹਣੇ ਚਾਹੀਦੇ। ਮੈਂ ਕਮੈਂਟ ਕੀਤਾ ਸੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਹਸਪਤਾਲ ਹੈ
ਵੱਲੇ ਪਿੰਡ ਵਿੱਚ, ਉੱਥੇ ਬੜਾ ਵਧੀਆ ਸਿਸਟਮ ਆ। ਸ਼ਹਿਰ ਨਾਲੋਂ ਸਭ ਤੋਂ ਸਸਤਾ ਹਸਪਤਾਲ ਉਹ ਵਾ। ਜੇ ਬਾਹਰ 150 ਰੁਪਈਆ ਲੱਗਦਾ ਤਾਂ ਉੱਥੇ 75 ਰੁਪਈਏ ਲੱਗਦੇ ਟੈਸਟ ਦੇ ਉੱਤੇ। ਬੜਾ ਵਧੀਆ ਉੱਥੇ ਲੰਗਰ ਪਾਣੀ ਵੀ ਮਿਲਦਾ, ਬੜਾ ਸਸਤਾ ਇਲਾਜ ਆ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦਾ ਜਿਹੜਾ ਹਸਪਤਾਲ ਹੈ ਉਹ ਸ਼੍ਰੋਮਣੀ ਕਮੇਟੀ ਚਲਾ ਰਹੀ ਆ। ਉੱਥੇ ਸਾਰਿਆਂ ਰੋਟੀ ਪਾਣੀ ਵੀ ਮਿਲ ਰਿਹਾ, ਸਭ ਕੁਝ ਮਿਲ ਰਿਹਾ। ਪਰ ਇੱਕ ਉੱਥੇ ਵੱਡਾ ਨੁਕਸ ਵਾ, ਜਿਹੜਾ ਅੰਦਰ ਸਟੋਰ ਆ ਨਾ ਦਵਾਈਆਂ ਵਾਲਾ, ਉਹ ਦਵਾਈ ਬੜੀ ਮਹਿੰਗੀ ਦੇ ਰਹੇ ਨੇ, ਲੋਕਾਂ ਨੂੰ ਲੁੱਟ ਰਹੇ ਨੇ ਉਹ। ਤੇ ਜੇ ਬਾਹਰੋਂ ਕੋਈ ਦਵਾਈ ਗਰੀਬ ਖਰੀਦ ਕੇ ਲੈ ਜਾਂਦਾ ਸਸਤੀ ਬਾਜ਼ਾਰੋਂ, ਉਹ ਡਾਕਟਰ ਉਹਦਾ ਲਿਫਾਫਾ ਉਹ ਸੁੱਟ ਦਿੰਦੇ, ਚੱਲ ਅਸੀਂ ਨਹੀਂ ਇਹ ਦਵਾਈ ਵਰਤਣੀ, ਇੱਥੋਂ ਅੰਦਰੋਂ ਲੈ ਕੇ ਆ। ਸਿੰਘ ਸਾਹਿਬ ਜੀ ਪਹਿਲੋਂ ਆਪਣੇ ਪੀੜੀ ਥੱਲੇ ਸੋਟਾ ਮਾਰੋ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦੇ ਹਸਪਤਾਲ ਦੇ ਵਿੱਚ ਮੋਦੀਖਾਨਾ ਖੋਲ੍ਹੇ ਸ਼੍ਰੋਮਣੀ ਕਮੇਟੀ। ਲੋਕਾਂ ਨੂੰ ਕਿਉਂ ਕਹਿ ਰਹੇ ਹੋ ਤੁਸੀਂ ਖੋਲੋ? ਉਹ ਲੁੱਟ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਹਸਪਤਾਲ, ਦਵਾਈਆਂ ਦੀ ਸਿਰਫ ਦਵਾਈ, ਬਾਕੀ ਸਾਰਾ ਸਿਸਟਮ ਠੀਕ ਆ। ਕੋਈ ਮਹਿੰਗਾ ਹਸਪਤਾਲ ਨਹੀਂ ਗਾ, ਉਹ ਸਸਤਾ ਹੈ, ਸਾਰੇ ਸ਼ਹਿਰ ਤੋਂ ਸਸਤਾ, ਵਧੀਆ, ਸਾਫ ਸੁਥਰਾ, ਬੜਾ ਪ੍ਰਬੰਧ ਹੈ। ਸਿਰਫ ਮਾੜੀ ਜੀ ਕਸਰ ਉੱਥੇ ਆ ਕਿ ਉੱਥੇ ਦਵਾਈਆਂ ਬੜੀਆਂ ਮਹਿੰਗੀਆਂ ਮਿਲਦੀਆਂ ਨੇ, ਤੇ ਉਹ ਸਟੋਰ ਵਾਲੇ ਜਿਹੜੇ ਅੰਦਰ ਵਾਲੇ ਉਹ ਮਹਿੰਗੀ ਦਵਾਈ ਵੇਚਦੇ ਨੇ, ਤੇ ਲੁੱਟ ਭਰਾਈ ਹੋਈ ਉਹਨਾਂ ਨੇ। ਮੈਂ ਕਹਿ ਰਿਹਾ ਸੀ ਵੀ ਇਹ ਦਵਾਈ ਤੇ ਪੜ੍ਹਾਈ ਕਦੀ ਫ੍ਰੀ ਦਿੱਤੀ ਜਾਂਦੀ ਰਹੀ ਹੈ, ਜਿਹਦੀ ਅੱਜ ਲੁੱਟ ਮਚਾਈ ਹੋਈ ਹੈ। ਤੇ ਜਿੰਨਾ ਨਸ਼ਾ ਪੰਜਾਬ 'ਚ ਆਏ ਮੈਡੀਕਲ ਸਟੋਰਾਂ ਤੋਂ ਸ਼ੁਰੂ ਹੋਇਆ ਹੈ। ਤੇ ਸਰਕਾਰਾਂ ਕਿੱਥੇ ਗਈਆਂ? ਹਾਹਾਕਾਰ ਮਚੀ, ਗਰੀਬ ਮਾਰਿਆ ਗਿਆ, ਇਹਨਾਂ ਕੁਛ ਲੋਕਾਂ ਨੇ ਲੁੱਟ ਲਿਆ ਗਰੀਬ ਨੂੰ। ਸਰਕਾਰਾਂ ਕਿੱਥੇ ਨੇ? ਉਹ ਕਿਸੇ ਨੇ ਦੋ ਗੱਲਾਂ ਲਿਖੀਆਂ ਸੀ, ਮੈਂ ਇਸ ਪਾਸੇ ਜਾਣਾ ਨਹੀਂ ਸੀ ਚਾਹੁੰਦਾ। ਕਹਿੰਦਾ ਰਾਜ ਹੋਇਆ ਕੂੜ ਦਾ, ਪਰਜਾ ਹੋਈ ਮੋਨ। ਝੂਠ ਦਾ ਰਾਜ ਹੋ ਗਿਆ ਧਰਤੀ ਉੱਤੇ। ਇੱਕ ਜੱਟ ਜਾ ਕੇ ਜ਼ਮੀਨ ਆਪਣੀ ਕੋਈ ਫਸਲ ਵਾੜੀ ਮੰਡੀ 'ਚ ਰੱਖ ਦਿੰਦਾ, ਤੇ ਉੱਥੇ ਬੈਠਾ ਬੰਦਾ ਰੇਟ ਲਾਉਂਦਾ, ਮਹੀਨੇ ਦਊਂਗਾ, ਦੂਜਾ ਕਹਿੰਦਾ ਮਹੀਨੇ ਦਊਂਗਾ, ਤੇ ਕੌਡੀਆਂ ਦੇ ਭਾਅ ਜ਼ਿਮੀਂਦਾਰ ਆਪਣੀ ਜ਼ਮੀਨ ਮੰਡੀ 'ਚ ਸੁੱਟ ਕੇ ਆ ਜਾਂਦਾ। ਇੱਥੇ 10 ਰੁਪਈਏ ਦੀ ਚੀਜ਼ ਆ, ਉੱਤੇ 200 ਰੁਪਈਆ ਰੇਟ ਲਿਖਿਆ ਮੈਡੀਕਲ ਸਟੋਰ ਵਾਲੇ ਨੇ। ਕੋਈ ਪੁੱਛਦਾ ਹੀ ਨਹੀਂ, ਕਿੰਨੇ ਪੁੱਛਣਾ ਹੈ? ਜਦੋਂ ਕੁੱਤੀ ਚੋਰਾਂ ਨਾਲ ਰਲ ਜੇ ਕੌਣ ਪੁੱਛਦਾ ਕਿਸੇ ਨੂੰ? ਇਹ ਜਿਹੜੇ ਸਰਕਾਰੀ ਹਸਪਤਾਲਾਂ 'ਚ ਡਾਕਟਰ ਬੈਠੇ ਨੇ, ਜਦੋਂ ਇਹਨਾਂ ਕੋਲ ਕੋਈ ਕਿਸੇ ਕੰਪਨੀ ਦਾ ਏਜੰਟ ਆਉਂਦਾ, ਦਵਾਈ ਦੀ ਸੀਸੀਆਂ ਲੈ ਕੇ ਆਉਂਦਾ, ਕਹਿੰਦਾ 5 ਰੁਪਈਏ ਦੀ ਸੀਸੀ ਆ, ਇਹ 'ਤੇ ਅਸੀਂ 50 ਰੁਪਈਏ ਲਿਖਿਆ ਰੇਟ, ਤੇ 5 ਰੁਪਏ 'ਚ ਮੈਂ ਬਾਹਰ ਦੇ ਕੇ ਚੱਲਿਆ, ਤੇ ਤੁਸੀਂ ਸਾਡੀਆਂ ਸੀਸੀਆਂ ਵੇਚ ਦੇਣੀਆਂ, ਤੁਹਾਨੂੰ 45 ਰੁਪਈਏ ਇੱਕ ਸੀਸੀ ਪਿੱਛੇ ਦੇਵਾਂਗੇ ਅਸੀਂ। ਇਸ ਤਰ੍ਹਾਂ ਸਰਕਾਰੀ ਡਾਕਟਰਾਂ ਨੇ ਵੀ ਲੁੱਟ ਭਰਾਈ ਹੋਈ ਹੈ। ਆ ਕੱਲ ਇੱਕ ਨੇ ਦਿਖਾਇਆ ਪੱਤਾ, 400 ਰੁਪਈਏ ਦੀ ਦਵਾਈ ਆ, ਤੇ 4,500 ਦਾ ਪੱਤਾ ਦਿੱਤਾ ਉਹਨੂੰ, 4 ਗੋਲੀਆਂ, 4,500 ਦੀਆਂ 4 ਗੋਲੀਆਂ। ਇੱਕ ਗਰੀਬ ਬੰਦਾ ਆਪਣਾ ਘਰ ਵੇਚ ਕੇ ਇਲਾਜ ਕਰਾ ਰਿਹਾ PGI ਚੰਡੀਗੜ੍ਹ ਤੋਂ। 4 ਗੋਲੀਆਂ ਉਹਨੂੰ 4,500 ਦੀ ਇੱਕ ਮੈਡੀਕਲ ਸਟੋਰ ਤੋਂ ਮਿਲੀਆਂ। ਕੀਮਤ ਉਹਦੀ ਪਤਾ ਨਹੀਂ, ਕੋਈ 60 ਰੁਪਈਏ ਦੱਸਦਾ, ਕੋਈ 70 ਰੁਪਈਏ ਦੱਸਦਾ। ਇਹ ਕਿੱਥੇ ਗਈਆਂ ਸਰਕਾਰਾਂ? ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਮ ਦੇ। ਇਹ ਕਿੱਧਰ ਗਈਆਂ ਸਰਕਾਰਾਂ? ਇਸੇ ਇਹ ਜਿਹੜਾ ਇਹੋ ਜਿਹਾ ਮੌਲ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ। ਬਾਣੀ ਦਾ ਬਚਨ ਆਉਂਦਾ ਵੀ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ। ਧਰਮ ਦੀ ਖਾਤਰ ਸਾਨੂੰ ਮਰਨ ਵਾਸਤੇ ਨਹੀਂ ਕਿਸੇ ਨੇ ਕਿਹਾ ਵੀ ਸਾਡਾ ਧਰਮ ਖਤਰੇ 'ਚ ਆ, ਸਾਡਾ ਧਰਮ ਮੰਦਰ ਖਤਰੇ 'ਚ ਆ, ਮੰਦਰ ਢਾਹ ਦੇਣਗੇ। ਇੱਦਾਂ ਦੀਆਂ ਗੱਲਾਂ ਨਹੀਂ, ਇਹਨੂੰ ਨਹੀਂ ਸੂਰਮਾ ਕਿਹਾ। ਪਰ ਕਹਿੰਦਾ ਜਿਹੜਾ ਗਰੀਬ ਗੁਰਬੇ ਦੀ ਆਵਾਜ਼ ਉਠਾਉਂਦਾ ਹੈ ਨਾ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕਹਿੰਦੇ ਨੇ ਗਰੀਬ ਨੂੰ, ਜੋ ਲਰੇ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ। ਗਰੀਬ ਦੀ ਆਵਾਜ਼ ਨੂੰ ਬੁਲੰਦ ਕਰਨਾ ਇਹ ਸਭ ਤੋਂ ਵੱਡੀ ਸੂਰਮਤਾਈ ਹੈ। ਤੇ ਗਰੀਬਾਂ ਨੂੰ ਜਿਹੜੇ ਇਹ ਜ਼ਾਲਮ ਲੋਕ ਲੁੱਟ ਰਹੇ ਨੇ, ਇਹਨਾਂ ਦੇ ਪਰਦੇ ਸਾਫ਼ ਫਾਸ ਕਰਨਾ ਇਹ ਵੱਡੀ ਬਹਾਦਰੀ ਉਸ ਵਿਅਕਤੀ ਦੀ। ਕੌਣ ਕਰੇਗਾ? ਕੌਣ ਫਰਿਆਦ ਸੁਣੇਗਾ? ਉਹ ਕਿਸੇ ਨੇ ਲਿਖਿਆ ਸੀ ਵੀ ਰਾਜ ਹੋਆ ਕੂੜ ਦਾ, ਪਰਜਾ ਹੋਈ ਮੋਨ। ਜਿਹੜਾ ਕੋਈ ਬੋਲਦਾ ਤਾਂ ਮੂੰਹ ਬੰਦ ਕਰਾ ਦਿੰਦੇ ਨੇ, ਮੌਨ ਕਰਾ ਦਿੰਦੇ ਨੇ, ਉਹਨੂੰ ਬੋਲਣ ਨਹੀਂ ਦਿੰਦੇ, ਕੁੱਟ ਦਿੰਦੇ ਨੇ, ਮਾਰ ਦਿੰਦੇ ਨੇ, ਗੈਂਗਸਟਰ ਮਗਰ ਲਾ ਦਿੰਦੇ ਨੇ। ਕੀ ਕਰੋਗੇ ਤੁਸੀਂ? ਇਹ ਸਭ ਰਲੇ ਹੋਏ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ।
ਰਾਜ ਹੋਵਾ ਕੂੜ ਦਾ ਪਰਜਾ ਹੋਈ ਮੋਨ, ਥਾਣੇਦਾਰ ਚੋਰ ਹੈ ਰਪਟ ਲਿਖਾਵੇ ਕੌਣ। ਉਹ ਜਦ ਚੋਰੀ ਥਾਣੇਦਾਰ ਨੇ ਕੀਤੀ ਆ ਤੇ ਤੁਸੀਂ ਥਾਣੇ ਰਿਪੋਰਟ ਲਿਖਣ ਜਾਓ, ਲਿਖਾਉਣ ਜਾਓਗੇ ਤੇ ਥਾਣੇਦਾਰ ਰਿਪੋਰਟ ਤੁਹਾਡੀ ਲਿਖੇਗਾ। ਥਾਣੇਦਾਰ ਚੋਰ ਹੈ ਰਪਟ ਲਿਖਾਵੇ ਕੌਣ। ਕੌਣ ਲਿਖੂ ਗਰੀਬ ਦੀ ਰਪਟ? ਚੋਰੀ ਤੇ ਥਾਣੇਦਾਰ ਨੇ ਕੀਤੀ ਹੋਈ ਹੈ। ਉਹ ਕਹਿੰਦੇ ਨਾ ਕਿ ਚੋਰ ਨੂੰ ਥਾਣੇਦਾਰ ਨੇ ਆਖਿਆ ਉਹ ਘਰ ਵਿੱਚ ਲਵੇਰਾ ਹੈ ਨਹੀਂ, ਮੱਝ ਭੱਜ ਗਈ ਆ। ਕਹਿੰਦਾ ਕੋਈ ਗੱਲ ਨਹੀਂ। ਉਹਨੇ ਚੋਰ ਨੇ ਕਿਸੇ ਦੀਆਂ 2 ਮੱਝਾਂ ਖੋਲੀਆਂ, ਇੱਕ ਆਪਣੇ ਘਰ ਬੰਨ ਲਈ ਤੇ ਇੱਕ ਥਾਣੇਦਾਰ ਦੇ ਘਰ ਬੰਨ ਆਇਆ, ਤੇ ਜਿਹਦੀਆਂ ਮੱਝਾਂ ਨਿਕਲੀਆਂ ਸੀ ਉਹ ਥਾਣੇ ਰਿਪੋਰਟ ਲਿਖਾਉਣ ਗਿਆ। ਤੇ ਉਹ ਥਾਣੇਦਾਰ ਲਿਖੂ ਰਿਪੋਰਟ। ਹੁਣ ਜਿਹਦੀ ਮੱਝ ਜਿਹਦੇ ਘਰ ਮੱਝ ਬੱਧੀ ਹੋਈ ਚੋਰੀ ਦੀ, ਉਹ ਥਾਣੇਦਾਰ ਰਿਪੋਰਟ ਲਿਖੂ। ਉਹ ਜਿਹਦੀਆਂ ਮੱਝਾਂ ਚੋਰੀ ਹੋ ਗਈਆਂ, ਉਹ ਚੋਰ ਨੇ ਚੋਰੀ ਕਰਕੇ ਲੈ ਗਿਆ, ਇੱਕ ਥਾਣੇਦਾਰ ਨੂੰ ਦੇਤੀ, ਇੱਕ ਆਪਣੇ ਘਰ ਬੰਨ ਲਈ ਮੱਝ ਉਹਨੇ ਚੋਰ ਨੇ। ਤੇ ਗਰੀਬ ਦੀਆਂ ਮੱਝਾਂ ਜਿਹੜੀਆਂ ਉਹ ਥਾਣੇ ਰਿਪੋਰਟ ਲਿਖਾਉਣ ਗਿਆ ਕਿ ਮੇਰੀਆਂ ਇਹ ਮੱਝਾਂ ਚੋਰੀ ਹੋ ਗਈਆਂ। ਉਹ ਕਹਿੰਦਾ ਤੇਰੇ ਕੋਲ ਰਸੀਦ ਹੈਗੀ ਆ? ਕਿੱਥੋਂ ਖਰੀਦੀਆਂ ਸੀ ਤੂੰ? ਰਸੀਦ ਦਿਖਾ। ਉਹਨਾਂ ਚਿਰ ਮੈਂ ਨਹੀਂ ਰਿਪੋਰਟ ਲਿਖਦਾ ਕੋਈ ਵੀ। ਮੈਨੂੰ ਕੀ ਪਤਾ ਤੇਰੀਆਂ ਚੋਰੀ ਹੋਈਆਂ ਕਿ ਨਹੀਂ ਹੋਈਆਂ? ਮੈਨੂੰ ਕੀ ਪਤਾ? ਕੌਣ ਰਿਪੋਰਟ ਲਿਖੇਗਾ? ਥਾਣੇਦਾਰ ਚੋਰ ਹੈ ਰਪਟ ਲਿਖਾਵੇ ਕੌਣ। ਤੇ ਮੈਂ ਕਹਿ ਰਿਹਾ ਸੀ ਵੀ ਇਹ ਕਦੀ ਦਵਾਈਆਂ ਤੇ ਪੜ੍ਹਾਈਆਂ ਕਦੀ ਫ੍ਰੀ ਦਿੱਤੀਆਂ ਜਾਂਦੀਆਂ ਰਹੀਆਂ, ਤੇ ਅੱਜ ਇਹ ਬਹੁਤ ਵੱਡਾ ਧੰਦਾ ਬਣ ਕੇ ਰਹਿ ਗਿਆ। ਉਹ ਵੈਦ ਆਇਆ ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ, ਮੈਂ ਇੱਧਰ ਨਾ ਹੀ ਬਹੁਤਾ ਜਾਵਾਂ, ਅੱਗੇ ਰੌਲਾ ਬੜਾ ਪਿਆ ਹੋਇਆ। ਕਹਿਣ ਲੱਗਾ ਮਹਾਰਾਜ ਮੈਨੂੰ ਪਤਾ ਲੱਗਾ ਤੁਸੀਂ ਲੋਕਾਂ ਨੂੰ ਠੀਕ ਕਰਦੇ ਹੋ, ਤੇ ਤੁਹਾਡੇ ਕੋਲ ਕਿਹੜੀ ਔਸ਼ਧੀ? ਮੇਰੇ ਕੋਲ ਤੇ ਆਹ ਬੂਟੀਆਂ ਦਵਾਈਆਂ ਨੇ। ਤੇ ਫਿਰ ਉੱਥੇ ਭੱਟਾ ਨੇ ਲਿਖਿਆ ਗੁਰਬਾਣੀ ਵਿੱਚ, ਨਾਮ ਅਵਖਦ ਨਾਮ ਆਧਾਰ। ਗੁਰੂ ਅੰਗਦ ਸਾਹਿਬ ਦੇ ਕੋਲ ਨਾਮ ਦੀ ਦਵਾਈ ਸੀ, ਜਿਹਨੇ ਦੇ ਕੇ ਤੇ ਉਹ ਰੋਗੀਆਂ ਨੂੰ ਠੀਕ ਪਏ ਕਰਦੇ ਸਨ। ਉਹ ਵੈਦ ਨੂੰ ਮਹਾਰਾਜ ਨੇ ਫਿਰ ਇੱਕ ਉਪਦੇਸ਼ ਦਿੱਤਾ ਕਿ ਨਾਨਕ ਪਰਖੇ ਆਪ ਕੋ ਤਾਂ ਵੈਦ ਸੁਜਾਨ। ਵੈਦ ਨਾਨਕ ਪਰਖੇ ਆਪ ਕੋ ਤਾਂ ਵੈਦ ਸੁਜਾਨ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਮਾਰ ਕਹਿੰਦੇ ਠੀਕ ਆ, ਤੁਸੀਂ ਨਬਜ ਵੇਖ ਕੇ ਲੋਕਾਂ ਦੇ ਰੋਗ ਤਾਂ ਦੱਸ ਦਿੰਦੇ ਹੋ, ਪਰ ਜਿਹੜੇ ਮਨ ਦੇ ਰੋਗ ਆ ਉਹ ਤੁਹਾਨੂੰ ਪਤਾ ਨਹੀਂ ਲੱਗਦਾ। ਕਹਿਣ ਲੱਗਾ ਮਹਾਰਾਜ ਉਹ ਮਨ ਦੇ ਰੋਗ ਕਿਵੇਂ ਪਰਖੇ ਜਾਣ? ਜਿਹੜੇ ਸਰੀਰਕ ਰੋਗ ਨੇ ਉਹ ਤੇ ਅਸੀਂ ਪਰਖ ਲੈਂਦੇ ਹਾਂ ਨਬਜ ਨੂੰ ਵੇਖ ਕੇ ਵੀ ਆਹ ਰੋਗ ਆ ਰੋਗੀ ਨੂੰ, ਤੇ ਜਿਹੜੇ ਮਨ ਦੇ ਰੋਗ ਨੇ ਮਹਾਰਾਜ ਉਹ ਕਿਵੇਂ ਪਤਾ ਲੱਗਦਾ ਹੈ? ਤੇ ਮਹਾਰਾਜ ਕਿਹਾ ਨਾਨਕ ਪਰਖੇ ਆਪ ਕੋ ਤਾਂ ਵੈਦ ਸੁਜਾਨ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਮਹਾਰਾਜ ਕਹਿੰਦੇ ਜਦੋਂ ਕੋਈ ਮਨ ਨੂੰ ਵੇਖਦਾ ਵਾ ਨਾ, ਆਪਣੇ ਆਪ ਨੂੰ ਪਰਖਦਾ ਵਾ, ਤੇ ਨਬਜ ਵੇਖ ਕੇ ਸਰੀਰਕ ਰੋਗਾਂ ਦਾ ਪਤਾ ਲੱਗਦਾ। ਤੇ ਜਦੋਂ ਬੰਦਾ ਧਿਆਨ ਸਾਧਨਾ ਕਰਦਾ ਹੈ ਨਾ, ਸਿਮਰਨ 'ਚ ਬਹਿੰਦਾ ਵਾ, ਤੇ ਇਹਨੂੰ ਮਨ ਦੇ ਰੋਗਾਂ ਦਾ ਫਿਰ ਪਤਾ ਲੱਗਦਾ ਵਾ। ਤੇ ਮਨ ਦੇ ਬੜੇ ਬੜੇ ਭਿਆਨਕ ਰੋਗ ਨੇ। ਮਨ ਵਿੱਚ ਕ੍ਰੋਧ ਵਾ, ਮਨ ਵਿੱਚ ਲੋਭ ਵਾ, ਮਨ ਵਿੱਚ ਹੰਕਾਰ ਵਾ, ਮਨ ਵਿੱਚ ਈਰਖਾ ਵਾ, ਮਨ ਵਿੱਚ ਸਾੜਾ ਵਾ। ਕਿੰਨੇ ਰੋਗ ਨੇ ਮਨ ਦੇ। ਵੱਡੀ ਗੱਲ ਹੈ ਕਿ ਗੁਰੂ ਅੰਗਦ ਸਾਹਿਬ ਕਹਿਣਗੇ ਜਿਹੜਾ ਸਾਡਾ ਮਨ ਵਾ ਨਾ, ਇਹਨੂੰ ਜ਼ਹਿਰ ਚੜਿਆ ਹੋਇਆ ਵਾ। ਤੇ ਵੈਦ ਕਹਿਣ ਲੱਗੇ ਮਹਾਰਾਜ ਕਿਹੜਾ ਜ਼ਹਿਰ ਆ? ਮਹਾਰਾਜ ਕਹਿੰਦੇ ਵੀ ਇਹ ਹੁਣ ਜ਼ਹਿਰ ਉਤਰੇਗਾ ਕਿਵੇਂ? ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਪਰਖਦੇ ਨਹੀਂ, ਆਪਣੇ ਮਨ ਨੂੰ ਵੇਖਦੇ ਨਹੀਂ, ਤੇ ਇਸ ਜ਼ਹਿਰ ਦਾ ਪਤਾ ਨਹੀਂ ਲੱਗਣਾ। ਮਨ ਵਿਸਾਸ ਪਾਇਓ ਗੈਰ ਗੋ ਹਦਰਥ ਦਿਓ, ਗਰਲ ਨਾਸ ਤਨ ਨਠਿਓ ਅਮਿਓ ਅੰਤਰਗਤ ਪੀਓ। ਇਹ ਜਿਹੜੇ ਰੋਗ ਨੇ ਸਾਡੇ ਅੰਦਰ ਨੇ। ਲੋਭ ਸਾਡੇ ਅੰਦਰ ਆ, ਕ੍ਰੋਧ ਸਾਡੇ ਅੰਦਰ ਆ, ਮਨ ਦੇ ਅੰਦਰ ਆ, ਹੰਕਾਰ ਮੋਹ ਈਰਖਾ ਇਹ ਸਭ ਮਨ ਦੇ ਅੰਦਰ ਰੋਗ ਨੇ, ਮਨ ਦੇ ਰੋਗ ਨੇ। ਤੇ ਇਹ ਕਿੱਥੋਂ ਠੀਕ ਹੋਣਗੇ? ਤੇ ਮਹਾਰਾਜ ਕਹਿੰਦੇ ਨੇ ਗਰਲ ਨਾਸ ਤਨ ਨਠਿਓ। ਉਸ ਬੰਦੇ ਦੀ ਜ਼ਹਿਰ ਜਿਹੜੀ ਆ ਨਾ ਉਹ ਦੂਰ ਹੋ ਜਾਂਦੀ ਆ
ਅਮਰ ਅੰਤਰ ਗਰਲ ਨਾਸ ਤਨ ਨਠਿਓ ਅੰਮਿਓ ਅੰਤਰਗਤ ਪੀਓ। ਜਿਹੜਾ ਅੰਦਰੋਂ, ਕਿਉਂਕਿ ਰੋਗ ਅੰਦਰ ਵਾ, ਇੱਕ ਰੱਬ ਦੀ ਅਸੀਂ ਲੀਲਾ ਵਾ। ਮਹਾਰਾਜ ਕਿਹਾ ਵੀ ਹਰ ਔਖਦ ਸਭ ਘਟ ਹੈ ਪਾਈ। ਹਰ ਸਰੀਰ ਵਿੱਚ ਰੋਗ ਵਾ, ਹਰ ਮਨ ਵਿੱਚ ਰੋਗ ਹੈ, ਕਹਿ ਲਓ। ਜਿੱਦਾਂ ਕਿਸੇ ਨੇ ਕਿਹਾ ਨਾ ਵੀ ਦੇਖ ਨਾ ਜੱਗ ਦੀ ਚਮਕ ਦਮਕ, ਦੇਖ ਨਾ ਸੋਹਣੇ ਮੁਖੜੇ, ਇਹਨਾਂ ਮੁਖੜਿਆਂ ਵਿੱਚ ਮਨ ਪਿਆ ਵਸਦਾ, ਤੇ ਮਨ ਵਿੱਚ ਬੜੇ ਹੀ ਦੁਖੜੇ। ਕੋਈ ਗਿਣਤੀ ਨਹੀਂ ਆ ਦੁੱਖ ਕੀ ਪੰਡਾ ਨਿਕਲੀਆਂ, ਸੁੱਖ ਨਾ ਚੱਲ ਨਿਕਲਿਓ ਕੋਈ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਜਿਉਂ ਆਏ ਧਰਤੀ ਤੇ ਕੋਈ ਕਾਮ ਤੋਂ ਪੀੜਤਾ, ਕੋਈ ਕ੍ਰੋਧ ਤੋਂ ਪੀੜਤਾ। ਅੱਜ ਕੱਲ੍ਹ ਬਹੁਤਾ ਰੋਗ ਜਿਹੜਾ ਉਹ ਕ੍ਰੋਧ ਦਾ ਲੱਗਾ ਹੋਇਆ ਵਾ। ਪਾਠ ਪੂਜਾ ਕਰਨ ਵਾਲੇ ਵੀ ਕਹਿ ਰਹੇ ਨੇ ਮਨ ਸ਼ਾਂਤ ਨਹੀਂ ਹੋ ਰਿਹਾ। ਰੋਗ ਵਾ, ਜਿੰਨਾ ਚਿਰ ਰੋਗ ਵਾ ਉਹਨਾਂ ਚਿਰ ਸੁੱਖ ਕਿੱਥੇ ਆ। ਰੋਗ ਦੂਰ ਹੋਊਗਾ ਤੇ ਫੇਰ ਹੀ ਤੰਦਰੁਸਤੀ ਮਿਲਣੀ ਆ ਨਾ। ਹੁਣ ਇੱਕ ਤੰਦਰੁਸਤੀ ਆ, ਇੱਕ ਬਿਮਾਰੀ ਆ। ਹੁਣ ਬਿਮਾਰੀ ਵਾਲਾ ਬੰਦਾ ਤੰਦਰੁਸਤ ਕਿਵੇਂ ਆ, ਤੇ ਤੰਦਰੁਸਤ ਜਿਹੜਾ ਬੰਦਾ ਬਿਮਾਰ ਨਹੀਂ ਹੋ ਸਕਦਾ। ਇੱਕ ਹੀ ਰਹਿਣਾ, ਜਾਂ ਤੇ ਤੰਦਰੁਸਤੀ ਆ ਤੇ ਜਾਂ ਫਿਰ ਬਿਮਾਰੀ ਆ। ਹੁਣ ਮਨ ਵਿੱਚ ਜਿਹੜੇ ਇਹ ਵਿਕਾਰ ਨੇ ਇਹ ਕਿਵੇਂ ਦੂਰ ਹੋਣ, ਕ੍ਰੋਧ ਤੋਂ ਕਿਵੇਂ ਬਚਿਆ ਜਾਵੇ, ਇਹ ਵੱਡੀ ਮੁਸ਼ਕਲ ਹੈ ਔਰ ਹਰੇਕ ਦੀ ਆ। ਤਾਂ ਮੈਂ ਕਈ ਵਾਰੀ ਵਿਚਾਰ ਕਰਦਾ ਨਾ ਵੀ ਸਾਰੀ ਜ਼ਿੰਦਗੀ ਕਥਾ ਕਰਦਿਆਂ ਗਿਆਨੀਆਂ ਨੂੰ ਲੰਘ ਗਈ, ਕ੍ਰੋਧ ਅਜੇ ਵੀ ਨਹੀਂ ਸ਼ਾਂਤ ਹੋਇਆ। ਹੁਣ ਜਿਹਨੂੰ ਸਾਰੀ ਜ਼ਿੰਦਗੀ ਕਥਾ ਕਰਦਿਆਂ ਕੀਰਤਨ ਕਰਦਿਆਂ ਲੰਘ ਗਈ, ਕ੍ਰੋਧ ਅਜੇ ਵੀ ਨਹੀਂ ਸ਼ਾਂਤ ਹੋਇਆ, ਤੇ ਆਮ ਬੰਦਾ ਫਿਰ ਕੀ ਕਰੂ। ਉਹ ਜਿੱਦਾਂ ਸਾਰ ਕਿਤਾਵਲੀ ਦਾ ਕਰਤਾ ਕਹਿੰਦਾ ਨਾ ਕਿ ਵਾਕ ਸਤ ਕਰ ਧਰਮ ਰਹੇ ਵਧੇ ਹੈ, ਅਸਤ ਰਹੇ ਖਿਮਾ ਕੇ ਸੰਗਾ। ਇਹ ਧਰਮ ਦਾ ਬੂਟਾ ਜਿਹੜਾ ਨਾ, ਜਿਹੜਾ ਸਾਡੇ ਅੰਦਰ ਪੈਦਾ ਹੋਣਾ, ਇਹ ਖਿਮਾ ਦਾ ਡੰਡਾ ਲਾਗੇ ਲੱਗੂਗਾ ਤੇ ਤਾਂ ਇਹ ਖੜਾ ਹੋਣਾ, ਨਹੀਂ ਤੇ ਡਿੱਗ ਜਾਣਾ ਹੈ। ਵਾਕ ਸਤ ਕਰ ਧਰਮ ਵਧੇ ਹੈ। ਜਿਹਦੇ ਅੰਦਰ ਕੋਈ ਸਚਾਈ ਹੋਊਗੀ ਉਹਦੇ ਅੰਦਰ ਧਰਮ ਨੇ ਵਧਣਾ, ਝੂਠ ਦੇ ਅੰਦਰ ਧਰਮ ਨਹੀਂ ਹੁੰਦਾ। ਵਾਕ ਸਤ ਕਰ ਧਰਮ ਵਧੇ ਹੈ, ਅਸਤ ਰਹੇ ਖਿਮਾ ਕੇ ਸੰਗਾ। ਜਿੱਦਾਂ ਛੋਟਾ ਬੂਟਾ ਹੁੰਦਾ, ਜੋ ਉਹਦੇ ਲਾਗੇ ਛੋਟਾ ਜਿਹਾ ਡੰਡਾ ਲਾ ਦਿੰਦੇ ਆ ਜਾਂ ਵਾੜ ਕਰ ਦਿੰਦੇ ਆ ਵੀ ਇਹਨੂੰ ਇਹ ਬਚਿਆ ਰਵੇ। ਅਸਤ ਰਹੇ ਖਿਮਾ ਕੇ ਸੰਗਾ। ਖਿਮਾ ਰੂਪੀ ਲਾਗੇ ਡੰਡਾ ਲਾ ਦੀਦਾ ਵੀ ਬੂਟੇ ਨੂੰ ਕੁਝ ਹੋਵੇ ਨਾ। ਇਹ ਧਰਮ ਦਾ ਬੂਟਾ ਖਿਮਾ ਨਾਲ ਚੱਲਣਾ ਹੈ, ਇਹ ਡੰਡਿਆਂ ਨਾਲ ਨਹੀਂ ਚੱਲਣਾ, ਇਹ ਕਿਰਪਾਨਾਂ ਨਾਲ ਨਹੀਂ ਚੱਲਣਾ। ਇਹ ਬੰਦੂਕਾਂ ਵਾਲਿਆਂ ਦੇ ਧਰਮ ਕਦੀ ਨਹੀਂ ਧਰਤੀ ਉੱਤੇ ਚੱਲੇ। ਔਰੰਗਜ਼ੇਬ ਦਾ ਧਰਮ ਨਹੀਂ ਚੱਲਿਆ, ਬਾਬੇ ਫਰੀਦ ਦਾ ਮਾਲਾ ਵਾਲੇ ਦਾ ਚੱਲਿਆ। ਬਾਬਾ ਫਰੀਦ ਤਸਬੀਹ ਫੇਰਦਾ ਸੀ, ਉਹਦੀ ਤਾਂ ਮਾਨਤਾ ਹੈ, ਪੂਜਾ ਹੈ, ਧਰਮ ਹੈ, ਮੰਨਣ ਵਾਲੇ ਬੜੇ ਨੇ। ਔਰੰਗਜ਼ੇਬ ਕੋਲ ਤਲਵਾਰ ਸੀ, ਉਹਦਾ ਨਹੀਂ ਧਰਮ ਚੱਲਿਆ। ਇਹ ਕਿਰਪਾਨਾਂ ਨਾਲ ਕਦੀ ਧਰਮ ਨਹੀਂ ਚੱਲਦੇ ਆ। ਸਾਡੀ ਕੌਮ ਤੇ ਪੈ ਗਈ ਕਿਰਪਾਨਾਂ ਦੇ ਪਿੱਛੇ ਹੀ ਆ ਹੁਣ। ਇਹ ਨਹੀਂ ਭਾਈ, ਇਹ ਖਿਮਾ। ਹਾਂ ਲੋੜ ਹੈ ਪਰ ਇੰਨੀ ਨਹੀਂ ਜਿੰਨੀ ਅਸੀਂ ਸਮਝ ਲਈ ਇਹਨਾਂ ਲੋਕਾਂ ਨੇ ਵੀ ਕੀਰਤਨ ਕਰਨ ਆਉਣਾ ਤੇ ਬੰਦੂਕਾਂ ਲੈ ਕੇ ਆਓ, ਟਕੂਏ ਲੈ ਕੇ ਆਓ। ਇਹ ਕੀਰਤਨ ਥੋੜਾ ਹੈ, ਮੈਦਾਨੇ ਜੰਗ ਬਣ ਗਏ ਸਾਡੇ ਕੀਰਤਨ ਦਰਬਾਰ ਵੀ। ਵਾਕ ਸਤ ਕਰ ਧਰਮ ਵਧੇ ਹੈ, ਅਸਤ ਰਹੇ ਖਿਮਾ ਕੇ ਸੰਗਾ। ਇਹ ਖਿਮਾ ਦੇ ਨਾਲ ਧਰਮ ਨੇ ਖਲੋਤੇ ਰਹਿਣਾ ਜੇ ਅੰਦਰ ਖਿਮਾ ਦਾ। ਤੇ ਕਰਤ ਕਰੋਧ ਹੋਏ ਬੇਢੰਗਾ। ਤੇ ਕਈ ਸਾਲਾਂ ਦੀ ਤਪੱਸਿਆ ਇੱਕ ਮਿੰਟ ਦੇ ਕ੍ਰੋਧ ਨੇ ਸਾੜ ਕੇ ਭਸਮ ਕਰਕੇ ਉਹ ਸੁੱਟ ਦੇਣੀ ਆ। ਕਈ ਦਿਨਾਂ ਦਾ ਨਿਤਨੇਮ ਪਾਠ ਪੂਜਾ ਤੇ ਕ੍ਰੋਧ ਨੇ ਇੱਕ ਮਿੰਟ 'ਚ ਸਾੜ ਕੇ ਉਹ, ਇਹ ਕ੍ਰੋਧ ਜਿਹੜਾ ਪੈਟਰੋਲ ਵਾ, ਇੱਕ ਮਿੰਟ 'ਚ ਸਾੜ ਕੇ ਸਭ ਕੁਝ ਸੁੱਟ ਦਿੰਦਾ ਪਰਾਈ। ਤੇ ਮਾਰ ਕਹਿੰਦੇ ਇਹ ਜਿਹੜਾ ਕ੍ਰੋਧ ਦਾ ਰੋਗ ਆ ਨਾ ਮਨ ਦੇ, ਇਹ ਮਨ ਦੇ ਅੰਦਰ ਵਾ, ਇਹ ਬਾਹਰੋਂ ਨਹੀਂ ਦੂਰ ਹੋਣਾ। ਇਹਦਾ ਕੋਈ ਇਲਾਜ ਨਹੀਂ ਹੈ। ਲਾਜ ਹੈ ਕ੍ਰੋਧ। ਧਰਤੀ ਉੱਤੇ ਇਸਦਾ ਇਲਾਜ ਨਹੀਂ ਹੈ, ਬਾਹਰ ਇਲਾਜ ਨਹੀਂ ਦਾ, ਸਰੀਰ ਦੇ ਅੰਦਰ ਇਲਾਜ ਵਾ, ਕਿਉਂਕਿ ਰੋਗ ਅੰਦਰ ਵਾ। ਇਹਦਾ ਇਲਾਜ ਵੀ ਅੰਦਰੋਂ ਹੀ ਹੋਣਾ ਵਾ। ਮਤਲਬ ਸਮਝੋ ਤੁਸੀਂ ਬਾਹਰੋਂ ਆਪਣੇ ਕ੍ਰੋਧ ਨੂੰ ਸ਼ਾਂਤ ਕਰ ਸਕੋਗੇ, ਨਾ 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 ਨਾ। ਹਰ ਔਖਦ ਸਭ ਘਟ ਹੈ ਪਾਈ। ਇਹ ਕ੍ਰੋਧ ਦੀ ਦਵਾਈ ਸਾਡੇ ਸਰੀਰ ਦੇ ਅੰਦਰ ਵਾ, ਬਾਹਰ ਨਹੀਂ ਹੈ। ਪਰ ਗੁਰ ਪੂਰੇ ਬਿਨ ਬਿਧ ਨਾ ਬਣਾਈ। ਤੇ ਗੁਰੂ ਤੋਂ ਪਤਾ ਨਹੀਂ ਲੱਗਣਾ ਵੀ ਉਹ ਦਵਾਈ ਹੈ ਕਿੱਥੇ ਸਾਡੇ ਸਰੀਰ ਦੇ ਅੰਦਰ। ਜਿੱਦਾਂ ਉਹ ਕਿਸੇ ਨੇ ਕਿਹਾ ਨਾ, ਜੋ ਜ਼ਹਿਰ ਹਲਾਲ ਹੈ ਵਹੀ ਅੰਮ੍ਰਿਤ ਹੈ, ਤੁਝੇ ਅੰਦਾਜ਼ ਨਹੀਂ ਪੀਣੇ ਕਾ। ਜ਼ਿੰਦਗੀ ਜ਼ਹਿਰ ਵਾ, ਜ਼ਿੰਦਗੀ ਅੰਮ੍ਰਿਤ ਵਾ,
ਤੁਸੀਂ ਕਿਸ ਤਰ੍ਹਾਂ ਗੁਜ਼ਾਰਨੀ ਚਾਹੁੰਦੇ ਹੋ? ਜ਼ਹਿਰ 'ਚ ਰਹਿ ਕੇ ਗੁਜ਼ਾਰਨਾ ਚਾਹੁੰਦੇ ਹੋ ਕਿ ਅੰਮ੍ਰਿਤ ਵਿੱਚ ਰਹਿ ਕੇ ਗੁਜ਼ਾਰਨਾ ਚਾਹੁੰਦੇ ਹੋ? ਤੇ ਮਹਾਰਾਜ ਕਹਿੰਦੇ ਜਿਹੜਾ ਕ੍ਰੋਧ ਵਾ ਨਾ, ਇਹ ਅੰਦਰ ਵਾ, ਤੇ ਉਹ ਉਦੋਂ ਹੀ ਮਰਨਾ ਕ੍ਰੋਧ ਜਦੋਂ ਗਰਲ ਨਾਸ ਤਨ ਨਠਿਓ ਅੰਮਿਓ ਅੰਤਰਗਤ ਪੀਓ। ਜਦੋਂ ਕੋਈ ਸ਼ਬਦ ਨਾਲ ਜੁੜ ਜਾਊਗਾ ਤੇ ਅੰਦਰੋਂ ਅੰਮ੍ਰਿਤ ਪੀਊਗਾ ਨਾ, ਤੇ ਰੋਗ ਅੰਦਰ ਵਾ ਤੇ ਅੰਦਰੋਂ ਦੂਰ ਹੋਣਾ ਕ੍ਰੋਧ ਤਾਂ ਜੇ ਅੰਦਰ ਦਾ ਕੋਈ ਅੰਮ੍ਰਿਤ ਪੀਊਗਾ। ਤੇ ਜਿਹਨੂੰ ਕਹਿੰਦੇ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਕੋਈ ਤਰੀਕਾ ਨਹੀਂ ਹੈ ਕ੍ਰੋਧ ਨੂੰ ਸ਼ਾਂਤ ਕਰਨ ਦਾ। ਇਹ ਤਰੀਕੇ ਬੜੇ ਦੱਸਦੇ ਨੇ ਵੀ ਜੇ ਤੁਹਾਨੂੰ ਕੋਈ ਗੱਲ ਕਵੇ ਤੇ ਤੁਹਾਂ ਸਹਾਰ ਜਾਣੀ, ਚਲੋ ਠੀਕ ਆ, ਇਹ ਕੋਈ ਤਰੀਕੇ ਹੋ ਸਕਦੇ ਨੇ, ਲਾਜ ਨਹੀਂ ਹੈ। ਲਾਜ ਦਾ ਅੰਦਰ ਹੀ ਆ, ਕਿਉਂਕਿ ਰੋਗ ਅੰਦਰ ਹੈ। ਮੋਹ ਕਿੱਥੇ ਆ? ਮਨ ਦੇ ਅੰਦਰ ਹੈ। ਕ੍ਰੋਧ ਕਿੱਥੇ ਆ? ਮਨ ਦੇ ਅੰਦਰ ਹੈ। ਲੋਭ ਕਿੱਥੇ ਹੈ? ਮਨ ਦੇ ਅੰਦਰ ਹੈ। ਇਹਦਾ ਇਲਾਜ ਬਾਹਰੋਂ ਕਿੱਥੋਂ ਭਾਲਦੇ ਹੋ ਤੁਸੀਂ? ਇਹਦਾ ਇੱਕੋ ਇੱਕ ਇਲਾਜ ਦੱਸਿਆ ਬਾਣੀ ਨੇ ਕਿ ਇਹ ਸਾਰੀਆਂ ਬਿਮਾਰੀਆਂ ਹਟ ਸਕਦੀਆਂ ਲੋਭ ਦੀਆਂ, ਕ੍ਰੋਧ, ਮੋਹ, ਕਾਮ, ਜੋ ਜਿੰਨੀਆਂ ਵਾਸ਼ਨਾਵਾਂ ਨੇ, ਬਿਮਾਰੀਆਂ ਨੇ, ਇਹ ਹਟ ਸਕਦੀਆਂ। ਇੱਕੋ ਇੱਕ ਇਲਾਜ ਮਹਾਰਾਜ ਨੇ ਦੱਸਿਆ ਵੀ ਦੁੱਖ ਮੋਹਰਾ। ਇਹ ਜਿਹੜੀਆਂ ਬਿਮਾਰੀਆਂ ਇਹ ਮੋਹਰਾ ਵਾ, ਇਹ ਜ਼ਹਿਰ ਵਾ। ਸਾਡੇ ਸਰੀਰ ਅੰਦਰ ਜ਼ਹਿਰ ਵਾ, ਕਾਮ ਦੀ ਜ਼ਹਿਰ ਵਾ, ਕ੍ਰੋਧ ਦੀ ਜ਼ਹਿਰ ਵਾ, ਮੋਹ ਦਾ ਚਿੱਕੜ ਹੈ, ਤ੍ਰਿਸ਼ਨਾ ਦੀ ਅਗਨੀ ਆ, ਬੜਾ ਕੁਛ ਹੈ ਸਾਡੇ ਮਨ ਦੇ ਅੰਦਰ। ਮੈਂ ਕੁਝ ਕਿਹਾ ਸੀ ਵੀ ਇਹ ਮਨ ਨੂੰ ਨਾ ਵੇਖ ਕੇ ਮਨ ਦੇ ਵਿੱਚ ਬੜੇ ਨੇ ਦੁੱਖੜੇ, ਇਹ ਭਰਿਆ ਪਿਆ ਮਨ ਦੁੱਖਾਂ ਦੇ ਨਾਲ। ਇਹ ਪੰਡਾਂ ਦੁੱਖਾਂ ਦੀਆਂ ਇਸ ਮਨ ਦੇ ਕੋਲ ਨੇ। ਤੇ ਜਦੋਂ ਕੋਈ ਸਾਧਨਾ ਕਰਨ ਲੱਗਦਾ ਨਾ, ਫਿਰ ਦੁੱਖ ਪ੍ਰਗਟ ਹੁੰਦੇ ਨੇ, ਕ੍ਰੋਧ ਪ੍ਰਗਟ ਹੁੰਦਾ, ਉਦੋਂ ਵੈਰੀ ਚੇਤੇ ਆਉਂਦੇ ਨੇ, ਉਦੋਂ ਆਪਣੇ ਚੇਤੇ ਆਉਂਦੇ ਨੇ। ਜਦੋਂ ਕੋਈ ਸਿਮਰਨ ਕਰਦਾ ਹੈ, ਕਹਿੰਦੇ ਨਾਮ ਲੈ ਤੇ ਮਨ ਪ੍ਰਗਟ ਪਿਆ। ਜਦੋਂ ਤੁਸੀਂ ਸਿਮਰਨ ਸ਼ੁਰੂ ਕਰਨਾ ਨਾ, ਅੱਗੋਂ ਪਿੱਛੋਂ ਨੇ ਕੁਛ ਨਹੀਂ ਕਹਿਣਾ, ਮਨ ਨੇ ਬੜਾ ਸ਼ਾਂਤ ਬੈਠੇ ਰਹਿਣਾ। ਤੇ ਜੈਸੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ, ਜਪਜੀ ਸਾਹਿਬ ਆਰੰਭ ਕੀਤਾ, ਮੂਲ ਮੰਤਰ ਕੁਛ ਵੀ ਕਰ ਲਓ, ਸਿਮਰਨ ਕਰ ਲਓ ਅੰਮ੍ਰਿਤ ਵੇਲੇ ਉੱਠ ਕੇ, ਉਦੋਂ ਹੀ ਇਹ ਬਿਮਾਰੀਆਂ ਪ੍ਰਗਟ ਹੋ ਜਾਣੀਆਂ ਨੇ। ਤੇ ਨਾਮ ਲੈ ਤੇ ਮਨ ਪ੍ਰਗਟ ਪਿਆ, ਉਦੋਂ ਇਹ ਬਿਮਾਰੀਆਂ ਦਿਖਦੀਆਂ ਨੇ ਵੀ ਆਹ ਬਿਮਾਰੀਆਂ ਇਸ ਮਨ ਨੂੰ ਲੱਗੀਆਂ ਹੋਈਆਂ ਨੇ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੇ। ਤਾਂ ਉਹ ਫਿਰ ਗੁਰੂ ਅੰਗਦ ਸਾਹਿਬ ਉਹ ਵੈਦ ਨੂੰ ਕਹਿਣ ਲੱਗੇ ਵੀ ਇਹ ਜਿਹੜੀਆਂ ਅੰਦਰ ਦੀਆਂ ਬਿਮਾਰੀਆਂ ਨੇ ਨਾ, ਇਹਨਾਂ ਦਾ ਇੱਕੋ ਇੱਕ ਇਲਾਜ ਹੈ। ਉਹ ਕਿਹੜਾ? ਦੁੱਖ ਮੋਹਰਾ। ਗੁਰੂ ਨਾਨਕ ਸਾਹਿਬ ਦਾ ਬਚਨ ਇੱਕ ਆਉਂਦਾ, ਦੁੱਖ ਮੋਹਰਾ। ਇਹ ਮੋਹਰਾ ਵਾ, ਇਹ ਜ਼ਹਿਰ ਵਾ ਸਾਡੇ ਸਰੀਰ ਦੇ ਅੰਦਰ। ਤੇ ਮਾਰਨ ਹਰ ਨਾਮ, ਇਹਨੂੰ ਸ਼ਬਦ ਨੇ ਮਾਰਨਾ। ਕ੍ਰੋਧ ਨੂੰ ਸ਼ਬਦ ਮਾਰੇਗਾ, ਕੋਈ ਹੋਰ ਨਹੀਂ ਮਾਰੇਗਾ। ਸ਼ਬਦ ਸੂਰ ਬਲਵੰਤ, ਕਾਮ ਔਰ ਕ੍ਰੋਧ ਬਨਾਸਣ। ਜਿਹੜਾ ਸ਼ਬਦ ਦੇ ਨਾਲ ਸੂਰਮਾ ਬਣ ਗਿਆ ਨਾ, ਜਪ ਕੇ, ਦ੍ਰਿਸ਼ਟ ਤਰਤ ਤਮ ਹਰਨ ਦੈਨ ਅਗ ਪਾਪ ਪਰਨਾਸਨ। ਸ਼ਬਦ ਸੂਰ ਬਲਵੰਤ। ਸ਼ਬਦ ਨੂੰ ਜਪਣ ਵਾਲਾ ਬੰਦਾ ਕਦੀ ਅੰਦਰੋਂ ਕਮਜ਼ੋਰ ਨਹੀਂ ਹੋ ਸਕਦਾ। ਜਿਹਨੂੰ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਉਹ ਅੰਦਰ ਦੀ ਬਾਤ ਆ। ਸਰੀਰ ਤੇ ਸਾਰਿਆਂ ਦੇ ਬੁੱਢੇ ਹੋ ਗਏ। ਇਹ ਬਚਨ ਗੁਰੂ ਅਮਰਦਾਸ ਦਾ ਕਿ ਗੁਰਮੁਖ ਬੁੱਢੇ ਕਦੇ ਨਹੀਂ, ਤੇ ਗੁਰੂ ਅਮਰਦਾਸ ਬੁੱਢੇ ਹੋ ਗਏ ਸੀ ਤੇ ਕਿੱਲੀ ਨੂੰ ਫੜ ਕੇ ਮੁੜ ਕੇ ਉਹ ਆਪਣੀ ਸਾਧਨਾ ਕਰਦੇ ਹੁੰਦੇ ਸੀ। ਉਹ ਆਪ ਵੀ ਕਹਿ ਰਹੇ ਗੁਰਮੁਖ ਬੁੱਢੇ ਕਦੇ ਨਹੀਂ, ਤੇ ਗੁਰੂ ਅਮਰਦਾਸ ਤਾਂ ਬੁੱਢੇ ਹੋ ਗਏ ਸਨ। ਨਹੀਂ, ਇਹ ਬੁੱਢਾਪਣ ਸਾਡੇ ਅੰਦਰ ਦੇ ਨਾਲ ਸੰਬੰਧ ਰੱਖਦਾ ਹੈ। ਸਰੀਰ ਤਾਂ ਬੁੱਢਾ ਹੋਏਗਾ ਹੀ, ਪਰ ਸ਼ਬਦ ਸੂਰ ਬਲਵੰਤ, ਜਿਹੜੇ ਸ਼ਬਦ ਨੂੰ ਜਪ ਕੇ ਬਲੀ ਬਣ ਗਏ। ਤੇ ਕਾਮ ਯਾਰ ਕ੍ਰੋਧ ਬਿਨਾਸਣ, ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਨ। ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ। ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੇ। ਗੁਰ ਜਗਤ ਫਿਰਨ ਸ਼ੀ ਅੰਗਰੋ। ਸ਼ੀ ਕਹਿੰਦੇ ਨੇ ਸ਼ੇਰ ਨੂੰ, ਸੂਰਮੇ ਨੂੰ, ਬਲਵੰਤ ਨੂੰ। ਗੁਰੂ ਅੰਗਦ ਸ਼ੇਰ ਬਣ ਗਏ, ਬਲੀ ਬਣ ਗਏ ਸ਼ਬਦ ਨੂੰ ਜਪ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ। ਫਿਰ ਉਹਨਾਂ ਦੇ ਲਾਗੇ ਕੋਈ ਆਇਆ ਹੀ ਨਹੀਂ। ਇਹ ਕਾਮ ਨਹੀਂ ਆਇਆ, ਕ੍ਰੋਧ ਨਹੀਂ ਆਇਆ, ਲੋਭ ਨਹੀਂ ਆਇਆ, ਮੋਹ ਨਹੀਂ ਆਇਆ। ਜੇ ਖਡੂਰ ਸਾਹਿਬ ਵਾਲਿਆਂ ਨੇ ਆਖਿਆ ਤੁਸੀਂ ਆਪਣਾ ਘਰ ਛੱਡ ਦਿਓ, ਤੁਹਾਡਾ ਕਰਕੇ ਇੱਥੇ ਮੀਂਹ ਨਹੀਂ ਪੈਂਦਾ, ਗੁਰੂ ਅੰਗਦ ਸੱਚੇ ਪਾਤਸ਼ਾਹ ਘਰ ਵੀ ਛੱਡ ਕੇ ਤੁਰ ਗਏ। ਕੋਈ ਲੋਭ ਨਹੀਂ ਹੈ, ਕਿਉਂਕਿ ਲੱਭ ਵਣਾਹੇ ਮਾਨਸਾ ਜੋ ਪਾਣੀ ਬੂਰ। ਲੋਭ ਨੂੰ ਤੇ ਲੋਕਾਂ ਨੇ ਉਹ ਖਰਾਬ ਕੀਤਾ ਜਿੱਦਾਂ ਪਾਣੀ ਨੂੰ ਖਰਾਬ ਕਰ ਦਿੰਦਾ ਬੂਰ।
ਤੇ ਗੁਰੂ ਨਾਨਕ ਸਾਹਿਬ ਨੇ ਦੁੱਖ ਮੋਰਾ, ਇਹ ਜਿਹੜੇ ਅੰਦਰ ਸਾਡੀਆਂ ਇਹ ਬਿਮਾਰੀਆਂ ਨੇ, ਕਾਮ ਕ੍ਰੋਧ ਕੀ ਬਿਰਥਾ ਗਈ, ਇਹ ਬਿਮਾਰੀਆਂ, ਬਿਰਥਾ ਕਹਿੰਦੇ ਨੇ ਪੀੜਾ ਨੂੰ, ਦੁੱਖ ਨੂੰ, ਬਿਮਾਰੀਆਂ ਨੇ। ਤੇ ਬਿਮਾਰੀਆਂ ਦੇ ਨਾਲ ਮਨੁੱਖ ਸਹਿਮਤ ਹੋਇਆ ਫਿਰਦਾ ਹੈ, ਲੋਭ ਦੇ ਨਾਲ ਮਨੁੱਖ ਸਹਿਮਤ ਹੋਇਆ ਫਿਰਦਾ ਹੈ, ਧਨ ਇਕੱਠਾ ਕਰਦਾ ਫਿਰਦਾ ਹੈ, ਕਾਮ ਦੇ ਨਾਲ ਸਹਿਮਤ ਹੈ, ਮੋਹ ਨਾਲ ਸਹਿਮਤ ਹੈ, ਬੁੱਢੇ ਵਾਰੇ ਤੱਕ ਨਹੀਂ ਪਰਿਵਾਰ ਨੂੰ ਛੱਡਣ ਦਿਆ, ਅੱਗੇ ਜਾਣ ਨੂੰ ਤਿਆਰੀਆਂ ਹੋਈਆਂ ਪਈਆਂ ਨੇ, ਅਜੇ ਵੀ ਨਹੀਂ ਬੱਚਿਆਂ ਦਾ ਮੋਹ ਛੱਡਣ ਦਿਆ। ਇਹ ਬਿਮਾਰੀਆਂ ਦੇ ਨਾਲ ਮਨੁੱਖ ਸਹਿਮਤ ਹੋਇਆ ਪਿਆ ਹੈ, ਬਿਮਾਰੀਆਂ ਇਹਨੂੰ ਚੰਗੀਆਂ ਲੱਗਦੀਆਂ ਨੇ, ਬਿਮਾਰੀਆਂ 'ਚ ਜੀਣਾ ਹੋ ਗਿਆ ਇਹਦਾ। ਤੇ ਮਾਰ ਕਹਿੰਦੇ ਦੁੱਖ ਮੋਰਾ, ਇਹ ਜ਼ਹਿਰ ਵਾ, ਮਾਰਨ ਹਰ ਨਾਮ, ਜਿਹੜਾ ਹਰੀ ਦੇ ਨਾਮ ਨੂੰ ਜਪੇਗਾ ਉਹ ਇਸ ਮੋਹਰੇ ਨੂੰ ਅੰਮ੍ਰਿਤ ਬਣਾ ਕੇ ਰੱਖ ਲੇਗਾ। ਦੁੱਖ ਮੋਹਰਾ ਮਾਰਨ ਹਰ ਨਾਮ, ਉਹ ਵੈਦ ਕੀ ਕਰਦੇ ਸੀ ਕਿ ਮੋਹਰੇ ਨੂੰ ਮਾਰ ਕੇ, ਤੇ ਉਹਦੀ ਉਹ ਹੁੰਦਾ ਤੇ ਉਹ ਜ਼ਹਿਰ ਸੀ, ਪਰ ਉਹਨੂੰ ਕੁਸਤਾ ਕਰਕੇ ਮਾਰ ਕੇ ਉਹਦਾ ਅੰਮ੍ਰਿਤ ਬਣਾ ਦਿੰਦੇ ਸੀ। ਮਨ ਸਾਡਾ ਜ਼ਹਿਰ ਵਾ। ਇਹ ਗੁਰੂ ਦੀ ਸ਼ਰਨ ਵਿੱਚ ਆ ਕੇ ਜਦੋਂ ਕੋਈ ਜਪ ਕਰਦਾ, ਸੇਵਾ ਕਰਦਾ, ਸਿਮਰਨ ਕਰਦਾ, ਫਿਰ ਇਹ ਮਨ ਨੂੰ ਮਾਰ ਲੈਂਦਾ ਹੈ। ਤੇ ਜੋ ਜ਼ਹਿਰ ਹਲਾਲ ਹੈ ਵਹੀ ਅੰਮ੍ਰਿਤ ਹੈ, ਤੁਝੇ ਅੰਦਾਜ਼ ਨਹੀਂ ਪੀਣੇ ਕਾ। ਮਨ ਜ਼ਹਿਰ ਵਾ, ਮਨ ਅੰਮ੍ਰਿਤ ਵਾ। ਕਿਸ ਤਰ੍ਹਾਂ ਤੁਸੀਂ ਕਰ ਲਿਆ ਇਸ ਨੂੰ? ਜ਼ਹਿਰ 'ਚ ਜੀਂਦੇ ਹੋ। ਤੇ ਜੇ ਅੰਮ੍ਰਿਤ 'ਚ ਜੀਣਾ ਹੈ ਤੇ ਬਾਹਰ ਕਹਿੰਦੇ ਫਿਰ ਹਰੀ ਦਾ ਨਾਮ ਜਪ, ਤੇ ਜਦੋਂ ਜਪੇਗਾ ਇਹ ਮਰ ਜੂਗਾ। ਤੇ ਕਿਵੇਂ ਵਰਤਣਾ ਫਿਰ ਇਸ ਨੂੰ? ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ। ਫਿਰ ਉਹਨੂੰ ਸੰਖੀਆ ਬਣਾ ਕੇ ਨਾ ਮਾਰ ਕੇ ਫਿਰ ਉਹਨੂੰ ਪੀਆ ਜਾਂਦਾ ਸੀ ਖਰਲ ਦੇ ਵਿੱਚ। ਤੇ ਮਾਰਾਂਗੇ ਤੇ ਸੰਤੋਖ ਦਾ ਖਰਲ ਹੋਵੇ ਤੇਰੇ ਕੋਲ, ਜਿੱਥੇ ਇਸ ਨੂੰ ਮਾਰਨਾ ਵਾ ਮਨ ਨੂੰ। ਲੋਭ ਨਹੀਂ ਚਾਹੀਦਾ, ਲੋਭੀ ਬੰਦਾ ਨਹੀਂ ਕਿਸੇ ਪਾਸੇ ਲੱਗ, ਲੋਭੀ ਬੰਦਾ ਧਰਮ ਨਹੀਂ ਕਮਾ ਸਕਦਾ। ਲੋਭੀ ਕਾ ਵਸਾਓ ਨਾ ਕੀਜੇ, ਜੇ ਕਾ ਪਾਰ ਵਸਾਏ ਮਰ। ਕਹਿੰਦੇ ਲੋਭੀ ਬੰਦੇ ਦਾ ਕਿਆ ਵਸਾ ਕਰਨਾ, ਕਿਆ ਭਰੋਸਾ, ਉਹ ਤਾਂ ਕਿਤੇ ਵੀ ਧੋਖਾ ਦੇ ਸਕਦਾ ਸਾਨੂੰ। ਮਰ ਕਹਿੰਦੇ ਸਿਲਾ ਸੰਤੋਖ, ਸੰਤੋਖ ਦੀ ਸਲਾਹ ਹੋਵੇ ਜਿੱਥੇ ਇਸ ਮੋਹਰੇ ਨੂੰ ਪੀਣਾ ਵਾ। ਪੀਸਣ ਹੱਥ ਦਾਣ, ਫਿਰ ਉਹ ਡੰਡੇ ਦੇ ਨਾਲ ਉਹਨੂੰ ਖਰਲ ਦੇ ਵਿੱਚ ਪੀਆ ਜਾਂਦਾ ਸੀ। ਤੇ ਮਰ ਕੇ ਜਿਹੜੀ ਕਿਰਤ ਕਰਕੇ ਆਪਣਾ ਦਾਨ ਦੇਣਾ ਨਾ, ਇਹ ਤੇਰੇ ਕੋਲ ਡੰਡਾ ਹੋਵੇ ਇਸ ਮਨ ਨੂੰ ਮਾਰਨ ਵਾਸਤੇ, ਪੀਣ ਵਾਸਤੇ। ਦੁੱਖ ਮੋਹਰਾ, ਇਹ ਅੰਦਰ ਦੇ ਕਾਮ ਕ੍ਰੋਧ ਦੁੱਖ ਨੇ, ਜ਼ਹਿਰ ਵਾ, ਇਹਨੂੰ ਮਾਰਿਆ ਜਾ ਸਕਦਾ ਵਾ। ਕਿਵੇਂ? ਮਾਰਨ ਹਰ ਨਾਮ ਤੇ ਸਿਲਾ ਸੰਤੋਖ। ਫਿਰ ਮਾਰਨ ਤੋਂ ਬਾਅਦ ਵੈਦ ਉਹਨੂੰ ਪੀਂਦਾ ਸੀ। ਤੇ ਮਾਰੇ ਤੇਰੇ ਕੋਲ ਸੰਤੋਖ ਦੀ ਸਲਾਹ ਚਾਹੀਦੀ ਹੈ, ਸਬਰ ਸੰਤੋਖ ਚਾਹੀਦਾ ਹੈ, ਤੂੰ ਲੋਭੀ ਨਾ ਹੋਵੇਂ। ਪੀਸਣ ਹੱਥ ਦਾਨ, ਤੇ ਜਿਹੜਾ ਹੱਥੋਂ ਦਾਨ ਦੇਣਾ ਹੈ ਨਾ, ਇਹ ਤੇਰੇ ਕੋਲ ਉਸ ਨੂੰ ਪੀਣ ਵਾਸਤੇ ਡੰਡਾ ਹੋਵੇ। ਨਿਤ ਨਿਤ ਲੈ ਨਾ ਸੀਜੇ ਦੇ, ਅੰਤ ਕਾਲ ਜਮ ਮਾਰੇ ਠੇ। ਮਾਰ ਕਹਿੰਦੇ ਤੂੰ ਰੋਜ਼ ਦਵਾਈ ਖਾ, ਹਰ ਸਮੇਂ ਦਵਾਈ ਖਾ ਨਾਮ ਦੀ। ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸਿਮਰਨ ਕਰ, ਰੋਜ਼ ਸ਼ਾਮੀ ਸੰਗਤ ਵਿੱਚ ਬੈਠਿਆ ਕਰ। ਵੇਖੀਏ ਬਿਮਾਰੀਆਂ ਕਿਵੇਂ ਅੰਦਰੋਂ ਜਾਂਦੀਆਂ ਨੇ। ਦੁੱਖ ਮੋਹਰਾ ਮਾਰਨ ਹਰ ਨਾ, ਸਲਾ ਸੰਤੋਖ ਪੀਸਣ ਹੱਥ ਦਾਨ। ਨਿਤ ਨਿਤ ਲੈ ਨਾ ਸੀਜੇ ਦੇ, ਅੰਤ ਕਾਲ ਜਮ ਮਾਰੇ ਠੇ। ਇਹ ਗੁਰੂ ਅੰਗਦ ਸੱਚੇ ਪਾਤਸ਼ਾਹ ਕਹਿਣਗੇ, ਵੈਦਾ ਵੈਦ ਸਵੈਦ ਤੂੰ, ਪਹਿਲਾਂ ਰੋਗ ਪਛਾਣ। ਤੂੰ ਆਪਣੇ ਅੰਦਰ ਦੇ ਰੋਗਾਂ ਨੂੰ ਤੇ ਪਛਾਣ, ਤੈਨੂੰ ਕਿੰਨੇ ਰੋਗ ਲੱਗੇ ਹੋਏ ਨੇ। ਤੂੰ ਬਾਹਰ ਲੋਕਾਂ ਦਾ ਇਲਾਜ ਤਾਂ ਪਿਆ ਕਰਦਾ ਹੈ, ਚੰਗੀ ਗੱਲ ਹੈ। ਤੇ ਜਿਹੜੇ ਤੇਰੇ ਮਨ ਦੇ ਰੋਗ ਨੇ ਉਹਨਾਂ ਨੂੰ ਤਾਂ ਵੇਖ ਕਿਹੜੇ ਰੋਗ ਲੱਗੇ ਹੋਏ ਨੇ। ਵੈਦਾ ਵੈਦ ਸਵੈਦ ਤੂੰ, ਪਹਿਲਾਂ ਰੋਗ ਪਛਾਣ। ਐਸਾ ਦਾਰੂ ਲੋੜ ਲਓ ਲੱਭ, ਜਿਤ ਵੰਜੇ ਰੋਗਾਂ ਕਾਣ। ਇੱਕੋ ਇੱਕ ਦਵਾਈ, ਗੁਰੂ ਅੰਗਦ ਸਾਹਿਬ ਕਹਿਣਗੇ ਵੈਦ ਜੀ ਇੱਕੋ ਇੱਕ ਦਵਾਈ ਆ, ਜਿਹਦੀ ਉਹ ਦਵਾਈ ਵਰਤਣਾ ਵੰਜੇ ਰੋਗਾਂ ਕਾਣ। ਕਾਣ ਕਹਿੰਦੇ ਨੇ ਸਾਰੇ ਹੀ। ਕਾਮ ਹੋਵੇ ਬਿਮਾਰੀ ਹੈ, ਕਾਮ ਦੀ ਬਿਮਾਰੀ, ਕ੍ਰੋਧ ਦੀ ਬਿਮਾਰੀ, ਮੋਹ ਦੀ ਬਿਮਾਰੀ, ਲੋਭ ਦੀ ਬਿਮਾਰੀ, ਈਰਖਾ, ਸਾੜਾ, ਕਿੰਨੀਆਂ ਬਿਮਾਰੀਆਂ ਨੇ। ਇਹਨਾਂ ਦਾ ਇੱਕੋ ਇੱਕ ਦਵਾਈ ਆ, ਸਾਰਿਆਂ ਰੋਗਾਂ ਦੀ ਇੱਕੋ ਹੀ ਦਵਾਈ ਹੈ। ਬਾਕੀ ਬਾਹਰ ਦਵਾਈਆਂ ਤੇ ਵੱਖੋ ਵੱਖਰੀਆਂ ਨੇ। ਸਿਰ ਦੁਖਦਾ ਕੋਈ ਹੋਰ ਲੈ ਲਓ, ਮੋਢਾ ਦੁਖਦਾ ਕੋਈ ਹੋਰ ਵਾ, ਪੇਟ ਖਰਾਬ ਆ ਕੋਈ ਹੋਰ ਦਵਾਈ ਆ।
ਅੱਖਾਂ ਦੁਖਦੀਆਂ, ਕੋਈ ਦਵਾਈ ਹੋਰ ਵਾ। ਪਰ ਇਹ ਜਿਹੜੀਆਂ ਮਨ ਦੀਆਂ ਬਿਮਾਰੀਆਂ ਨੇ, ਪੰਚ ਦੋਖ ਪੰਚ ਦੋਖ ਅਰ ਅਹੰਗ ਰੋਗ, ਇਸ ਤਨ ਤੇ ਸਗਲ ਦੂਰ ਕੀਨ। ਕਿਹੜੀ ਦਵਾਈ ਮਾਰ ਕਹਿੰਦੇ? ਐਸਾ ਦਾਰੂ ਲੋੜ ਲੋ ਜਿਤ ਵੰਜੇ ਰੋਗਾਂ ਘਾਣ। ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਦਵਾਈ ਹੈ। ਉਹ ਕਿਹੜੀ ਹੈ? ਉਹ ਹੈ ਸਰਬ ਰੋਗ ਕਾ ਔਖਦ ਨਾਮ। ਬਸ ਸਿਮਰਨ ਹੀ ਅੰਦਰ ਦੀ ਤ੍ਰਿਸ਼ਨਾ ਮਾਰਨੀ ਹੈ। ਹੁਣ ਜਿਹਨਾਂ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਲੱਖ ਕਰੋੜੇ ਲੱਖ ਜੋੜੇ, ਉਹ ਜਿਹੜਾ ਬਚਨ ਉਹਦਾ ਮਨ, ਲੱਖ ਕਰੋੜੇ ਲੱਖ ਜੋੜੇ ਮਾਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਤੇ ਗੁਰੂ ਅੰਗਦ ਸਾਹਿਬ ਨੇ ਉਸ ਵੈਦ ਨੂੰ ਆਖਿਆ, ਵੈਦ ਜੀ ਤੁਸੀਂ ਨਬਜਾਂ ਫੜ ਕੇ ਲੋਕਾਂ ਦੇ ਰੋਗ ਤਾਂ ਲੱਭਦੇ ਫਿਰਦੇ ਹੋ, ਤੇ ਆਪ ਤੁਸੀਂ ਰੋਗਾਂ ਨਾਲ ਭਰੇ ਪਏ ਹੋ। ਤੇ ਕਹਿਣ ਲੱਗਾ, ਮਹਾਰਾਜ ਫਿਰ ਇਹ ਰੋਗ ਕਿਵੇਂ ਗਵਾਚਣ? ਸਾਹਿਬ ਕਹਿਣ ਲੱਗੇ, ਫਿਰ ਇੱਕੋ ਇਹਦਾ ਇਲਾਜ ਹੈ ਕਿ ਰੱਬ ਦੇ ਨਾਮ ਨੂੰ ਜਪਿਆ ਜਾਵੇ, ਸ਼ਬਦ ਨੂੰ ਜਪਿਆ ਜਾਵੇ। ਤੇ ਜਿਉਂ ਜਪੋਗੇ ਨਾ, ਜਿਉਂ ਜਪੇ ਤਿਵੇਂ ਸੁਖ ਪਾਵੋਗੋ, ਜਿਉਂ ਤਰੂ ਪ੍ਰਹਲਾਦ ਸਮਾਵੋਗੋ। ਸਿਮਰਨ ਦੁਆਰਾ ਹੀ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ, ਜਿਹੜੇ ਪੰਜ ਦੋਖ ਨੇ ਸਾਡੇ। ਹੋਰ ਕੋਈ ਇਲਾਜ ਨਹੀਂ ਹੈ। ਇਹ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵੈਦ ਨੂੰ ਜਿਹੜਾ ਉਪਦੇਸ਼ ਦਿੱਤਾ ਸੀ। ਤੇ ਮਹਾਰਾਜ ਕਿਰਪਾ ਕਰਨ ਭਾਈ ਸੱਚੇ ਪਾਤਸ਼ਾਹ ਇਹ ਨਾਮ ਦੀ ਦਵਾਈ, ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਬਿਧ ਨਾ ਬਣਾਈ। ਤੇ ਮਹਾਰਾਜ ਕਹਿੰਦੇ ਆ ਵੀ ਔਖਦ ਆਵੇ ਰਾਸ ਜਿਹਾਂ ਵਿੱਚ ਆਪ ਖਲੋਇਆ, ਵੈਦਾਂ ਸੰਦਾ ਸੰਗ ਇਕੱਠਾ ਹੋਇਆ। ਔਖਦ ਆਵੇ ਰਾਸ ਵਿੱਚ ਆਪ ਖਲੋਇਆ। ਮਹਾਰਾਜ ਕਹਿੰਦੇ ਜਿਹੜੀ ਨਾਮ ਦੀ ਦਵਾਈ ਆ ਨਾ, ਇਹ ਸੰਤਾਂ ਦੇ ਵੈਦਖਾਨੇ 'ਚ ਮਿਲਦੀ ਹੈ। ਹਾਂ, ਵੈਦਾਂ ਸੰਦਾ ਸੰਦ ਇਕੱਠਾ ਹੋਇਆ, ਔਖਦ ਆਵੇ ਰਾਸ ਵਿੱਚ ਆਪ ਖਲੋਇਆ। ਇਹ ਬਾਕੀ ਦਵਾਈਆਂ ਮੈਡੀਕਲਾਂ ਤੋਂ ਮਿਲਦੀਆਂ ਨੇ, ਜਿਹੜੀ 10 ਰੁਪਈਆਂ ਦੀ 100 ਦੀ ਦਿੰਦੇ ਆ, ਤੇ 100 ਵਾਲੀ 1000 ਦੀ ਦਿੰਦੇ ਆ, ਤੇ 200 ਵਾਲੀ 2000 ਦੀ ਦਿੰਦੇ ਆ। ਤੇ ਸਰਕਾਰਾਂ ਸੁੱਤੀਆਂ ਪਈਆਂ ਤੇ ਪਰਜਾ ਨੂੰ ਲੁੱਟ ਕੇ ਖਾ ਗਏ। ਇਹਨਾਂ ਮੈਡੀਕਲ ਸਟੋਰਾਂ ਵਾਲਿਆਂ ਦੀਆਂ ਜਾਇਦਾਦਾਂ ਨੂੰ ਵੀ ਫਰੋਲਣਾ ਚਾਹੀਦਾ ਹੈ। ਪਤਾ ਨਹੀਂ ਇਹਨਾਂ ਨੇ ਕਿੰਨੀਆਂ ਕੁ ਪਲਾਟ, ਕੋਠੀਆਂ, ਸ਼ਹਿਰ, ਕੀ ਕੁਝ ਖਰੀਦ ਲਿਆ, ਤੇ ਲੋਕਾਂ ਦੇ ਪੁੱਤ ਮਰਵਾ ਕੇ ਨਸ਼ੇ ਵੇਚ ਕੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ। ਤੇ ਜੇ ਕੋਈ ਆਵਾਜ਼ ਉਠਾਉਂਦਾ, ਕੁੱਤੀ ਚੋਰ ਰਲੇ ਹੋਏ ਨੇ, ਥਾਣੇਦਾਰ ਚੋਰ ਹੈ, ਰਬਟ ਲਿਖਾਵੇ ਕੌਣ। ਤੋ ਮਹਾਰਾਜ ਕਿਰਪਾ ਕਰਨ ਭਾਈ, ਪਰਜਾ ਜਾਗੇ, ਦੁਨੀਆ ਜਾਗੂਗੀ, ਤੇ ਤਾਂ ਇਹਨਾਂ ਚੋਰਾਂ ਤੋਂ ਬਚਿਆ ਜਾਣਾ। ਤੇ ਮਹਾਰਾਜ ਕਹਿੰਦੇ ਭਾਈ, ਇਹ ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਵੇ ਆ ਰਾਸ ਵਿੱਚ ਆਪ ਖਲੋਇਆ। ਜਿੱਥੇ ਸੰਗਤ ਹੁੰਦੀ ਹੈ, ਗੁਰੂ ਕਾ ਸਿਮਰਨ ਹੁੰਦਾ ਹੈ। ਆ ਇੱਕ ਸੰਸਥਾ ਵੀ ਚੱਲੀ ਹੋਈ ਲੁਧਿਆਣੇ, ਕਿ ਸਰਬ ਰੋਗ ਕਾ ਔਖਦਾਮ ਸੰਸਥਾ ਦਾ ਨਾਮ ਆ। ਉਹ ਸਿਮਰਨ ਕਰਾ ਕੇ ਬੜੇ ਪੁਰਾਣੇ ਰੋਗਾਂ ਨੂੰ, ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ ਆ, ਜਿਨ੍ਹਾਂ ਮਰੀਜ਼ਾਂ ਨੂੰ ਡਾਕਟਰਾਂ ਨੇ ਕਹਿਤਾ ਸੀ ਵੀ ਤੁਹਾਡੇ ਰੋਗ ਹਟ ਨਹੀਂ ਸਕਦੇ, ਜਵਾਬ ਦੇ ਦਿੱਤਾ ਹੈ ਡਾਕਟਰਾਂ ਨੇ, ਉਹ ਵੀ ਉਸ ਸੰਸਥਾ ਨਾਲ ਜੁੜ ਕੇ ਉਹ ਸਿਮਰਨ ਹੀ ਕਰਾਉਂਦੇ ਆ, ਸ਼ਬਦ ਨੂੰ ਜਪਾਉਂਦੇ ਆ। ਜਿੱਦਾਂ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸ਼ਰਨ ਆਈ, ਇੱਦਾਂ ਕਰਕੇ ਉਹਨਾਂ ਨੇ ਸ਼ਬਦ ਲੱਭੇ ਹੋਏ ਨੇ ਗੁਰੂ ਗ੍ਰੰਥ ਸਾਹਿਬ 'ਚੋਂ, ਉਹਨਾਂ ਦਾ ਜਾਪ ਕਰਾਉਂਦੇ ਨੇ। ਤੇ ਉਹ ਜਾਪ ਦੇ ਨਾਲ ਹੀ ਬੜੇ ਭਿਆਨਕ ਰੋਗ ਜਿਹੜੇ ਨੇ ਉਹ ਠੀਕ ਹੋ ਰਹੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ, ਐਸਾ ਦਾਰੂ ਲੋੜ ਲਓ ਜਿਤ ਵੰਜੇ ਰੋਗਾਂ ਕਾਣ। ਜਿਤ ਦਾਰੂ ਰੋਗ ਉਠਿਆ ਤਨ ਸੁਖ ਵਸੇ ਆਏ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ। ਗੁਰੂ ਅੰਗਦ ਸਾਹਿਬ ਕਹਿੰਦੇ, ਪਹਿਲਾਂ ਤੂੰ ਰੋਗਾਂ ਤੋਂ ਰਹਿਤ ਹੋ ਜਾ, ਲੋਕਾਂ ਨੂੰ ਦਵਾਈਆਂ ਦੇਣ ਵਾਲਿਆ, ਤੈਨੂੰ ਇਹ ਵਿਸ਼ੇ ਵਿਕਾਰਾਂ ਦੇ ਰੋਗ ਚਿੰਬੜੇ ਹੋਏ ਨੇ, ਤੂੰ ਸ਼ਬਦ ਨੂੰ ਜਪ ਕੇ ਇਹਨਾਂ ਰੋਗਾਂ ਤੋਂ ਬਚ ਜਾਵੇਂਗਾ। ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ। ਹੁਣ ਆਪਾਂ ਸਾਰੇ ਰੋਗੀ ਹਾਂ। ਹਾਲਾਂਕਿ ਮਹਾਰਾਜ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਸੰਸਾਰ ਰੋਗੀ ਨਾਮ ਦਾਰੂ। ਚਲੋ ਲੋਕਾਂ ਨੇ ਕਈਆਂ ਨੇ ਸ਼ਰਾਬ ਨੂੰ ਦਾਰੂ ਮੰਨ ਕੇ ਬੈਠੇ ਹੋਏ ਨੇ, ਸਾਡੇ ਪੀ ਜਾਣ, ਹੈ ਤੇ ਰੋਗ ਵਾ, ਉਹ ਸੀਸੀ ਵਿੱਚ ਰੋਗ ਪਿਆ ਹੋਇਆ ਵਾ, ਦਾਰੂ ਨਹੀਂ ਆ। ਉਹ ਜਿਹਨਾਂ ਦਾਰੂ ਮੰਨ ਕੇ ਪੀ ਜਾਂਦੇ ਨੇ, ਰੋਗ ਹੈ ਰੋਗੀ ਨਹੀਂ, ਤੇ ਉਹ ਰੋਗ ਵਧੀ ਜਾਂਦਾ। ਮਹਾਰਾਜ ਕਿਰਪਾ ਕਰਨ, ਸੰਸਾਰ ਰੋਗੀ ਨਾਮ ਦਾਰੂ,
मैल लागे सच बिना। तो मार धन गुरु अंगद सच्चे पातशाह कृपा करन। नाम औखद नाम आधार, अर नाम समाध सुख, सदा नाम निशान सोहे, रंग रत्तो नाम स्यों, कल नाम सुर नारे बोहे। गुरु अंगद साहब सच्चे पातशाह दर तो नाम की दवाई मिलती रही आ, हुण भी गुरु घरां विचों संगत विचों नाम की दवाई मिलती आ। जिहड़े वरतदे ने ते प्रभ के सिमरन तृष्णा बूझे, सब कुछ सूझे, रोग मिट जाते ने, सोग मिट जाते ने, चिंता मिट जांदियां ने सिमरन करन दे नाल ही भाई। महाराज किरपा करन। धन गुरु अंगद सच्चे पातशाह इन्हां कहंदा दास खिमन दा जाच गया जी। वाहिगुरू जी का खालसा, वाहिगुरू जी की फतेह।